ਪੰਜਾਬੀ ਰੇਡੀਓ ਜੋ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਖਬਰ 'ਤੇ ਨਜ਼ਰ ਪ੍ਰੋਗਰਾਮ, ਜਿਸ ਦੇ ਵਿੱਚ ਹੋਣਗੇ ਸਾਡੇ ਨਾਲ ਸੁਸ਼ੀਲ ਦਸਾਂਝ, ਦੱਸਣਗੇ ਕਿ ਪੰਜਾਬ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਕਾਬਲ ਸਿੰਘ ਜੀ ਮੋਡੈਸਟੋ ਤੋਂ, ਸੁਰਿੰਦਰ ਸਿੰਘ ਕਾਹਲੋਂ ਤੇ ਪਰਿਵਾਰ ਰੈਂਚੋ ਕਢਾਵਾ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਰਿਸ਼ਪਾਲ ਕੌਰ ਖੰਗੂਰਾ ਤੇ ਪਰਿਵਾਰ ਬੇਕਰਸਫੀਲਡ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁਬਾ ਸਿਟੀ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦਾ ਫ਼ੋਨ ਨੰਬਰ 4082722500, ਸੈਨੋਜੇ ਤੋਂ ਸੂਬੇਦਾਰ ਸਰਜੀਤ ਸਿੰਘ ਜੀ ਖੰਗੂੜਾ ਤੇ ਪਰਿਵਾਰ ਸੈਨੋਜੇ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ ਕਿ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਅਤੇ ਹੁਣ ਗੱਲਬਾਤ ਕਰਦੇ ਹਾਂ ਜੀ ਆਪਾਂ ਸੁਸ਼ੀਲ ਦਸਾਂਝ ਹੋਣਾ ਨਾ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ, ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਦੋਸਤੋ, ਅਸੀਂ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਤੁਹਾਡੇ ਨਾਲ ਹਾਂ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅਸੀਂ ਖਾਸ ਤੌਰ ਦੇ ਉੱਤੇ ਆਪਣੀ ਗੱਲਬਾਤ ਦੇ ਕੇਂਦਰ ਵਿੱਚ ਪੰਜਾਬ ਦੇ ਸਿਆਸੀ, ਸੱਭਿਆਚਾਰਕ ਤੇ ਆਰਥਿਕ ਘਟਨਾ ਚੱਕਰ ਨੂੰ ਰੱਖਦੇ ਹਾਂ। ਨਾਲ ਨਾਲ ਦੇਸ਼ ਦੀ ਪੋਲੀਟਿਕਸ ਬਾਰੇ ਵੀ ਸਾਡੀ ਚਰਚਾ ਰਹਿੰਦੀ ਹੈ। ਅੱਜ ਵੀ ਅਸੀਂ, ਕਿਉਂਕਿ ਪੰਜਾਬ ਦੇ ਵਿੱਚ 2017 ਨੂੰ ਚੋਣਾਂ ਹੋਣ ਜਾ ਰਹੀਆਂ, ਬਹੁਤ ਥੋੜਾ ਸਮਾਂ ਰਹਿ ਗਿਆ ਤੇ ਪਿਛਲੇ 2 ਮਹੀਨਿਆਂ ਤੋਂ ਪੰਜਾਬ ਦੇ ਵਿੱਚ ਇੱਕ ਕਿਸਮ ਦੀ ਚੋਣ ਸਿਆਸਤ ਬਹੁਤ ਤੇਜ਼ ਹੋ ਗਈ ਹੈ। ਸੋ ਅੱਜ ਵੀ ਅਸੀਂ ਪੰਜਾਬ ਦੇ ਹਵਾਲੇ ਨਾਲ ਹੀ ਆਪਣੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਾਂਗੇ ਤੇ ਗੱਲਬਾਤ ਦੀ ਲੜੀ ਸ਼ੁਰੂ ਕਰਨਗੇ ਬਲਵਿੰਦਰ ਜੀ। ਅਤੇ ਜੀ ਸੁਸ਼ੀਲ ਜੀ, ਆਪਾਂ ਮਾਘੀ ਮੇਲੇ ਤੋਂ ਹੀ ਗੱਲ ਸ਼ੁਰੂ ਕਰ ਲੈਂਦੇ ਹਾਂ। ਤੁਸੀਂ ਸਿਆਸਤ ਦੀ ਗੱਲ ਕੀਤੀ ਆ ਅਤੇ ਮਾਘੀ ਮੇਲੇ ਦੀਆਂ ਰੈਲੀਆਂ ਤੋਂ ਹੀ ਸਿਆਸਤ ਜਿਹੜੀ ਭਖ ਗਈ ਆ। ਕਹਿਣ ਨੂੰ ਤਾਂ ਠੰਡ ਬਹੁਤ ਹੈ ਇਸ ਵੇਲੇ ਪੰਜਾਬ ਵਿੱਚ, ਪਰ ਜਿਹੜੀਆਂ ਸਿਆਸੀ ਪਾਰਟੀਆਂ ਉਹ ਬਹੁਤ ਗਰਮ ਹੋਈਆਂ। ਅਤੇ ਮਾਘੀ ਮੇਲੇ ਦੀਆਂ ਜਿਹੜੀਆਂ ਕਾਨਫਰੰਸਾਂ ਆ ਉਹ ਕਈ ਜਿਹੜੀਆਂ ਇਸ ਤਰ੍ਹਾਂ ਦੀਆਂ ਪੈੜਾਂ ਛੱਡ ਗਈਆਂ ਕਿ ਬਾਕੀ ਦੂਜੀਆਂ ਵਿਰੋਧੀ ਪਾਰਟੀਆਂ ਆ, ਜਿਹੜੀਆਂ ਆਮ ਆਦਮੀ ਤੋਂ ਵਿਰੋਧੀ ਪਾਰਟੀਆਂ, ਉਹਨਾਂ ਨੂੰ ਸੋਚਣ 'ਤੇ ਮਜਬੂਰ ਹੋਣਾ ਪੈ ਗਿਆ ਕਿ ਹੁਣ ਕੀ ਕੀਤਾ ਜਾਵੇ। ਦੇਖੋ, ਮਾਘੀ ਮੇਲੇ ਦੀਆਂ ਕਾਨਫਰੰਸਾਂ ਜਿਹੜੀਆਂ ਹੋਈਆਂ, ਖਾਸ ਤੌਰ ਦੇ ਉੱਤੇ 3 ਕਾਨਫਰੰਸਾਂ। ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਗੱਠਜੋੜ ਦੀ ਕਾਨਫਰੰਸ, ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਲਗਭਗ ਗੈਰ ਹਾਜ਼ਰ ਰਹੀ। ਕਾਂਗਰਸ ਪਾਰਟੀ ਦੀ ਕੈਪਟਨ ਅਮਰਿੰਦਰ ਦੀ ਅਗਵਾਈ ਦੇ ਵਿੱਚ ਕਾਨਫਰੰਸ, ਤੇ ਪਹਿਲੀ ਕਾਨਫਰੰਸ ਤੁਸੀਂ ਕਹਿ ਸਕਦੇ ਹੋ ਇਸ ਦੌਰ ਦੇ ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਕੀਤੀ ਗਈ ਮਾਘੀ ਮੇਲੇ ਤੇ ਆਮ ਆਦਮੀ ਪਾਰਟੀ ਵੱਲੋਂ। ਇਹਨਾਂ 3 ਕਾਨਫਰੰਸਾਂ ਦਾ ਜਦੋਂ ਅਸੀਂ ਮੁਤਾਲਿਆ ਕਰਦੇ, ਇਹ ਹੈ ਕਿ ਤੁਹਾਡੇ ਕੋਲ ਬਹੁਤ ਸਾਰੀਆਂ ਖਬਰਾਂ ਆ ਚੁੱਕੀਆਂ ਪਹਿਲਾਂ, ਇਸ ਕਰਕੇ ਮੈਂ ਬਹੁਤੀਆਂ ਉਹ ਗੱਲਾਂ ਦੁਹਰਾਉਣਾ ਨਹੀਂ। ਮੈਂ ਥੋੜ੍ਹੀ ਵੱਖਰੇ ਐਂਗਲ ਤੋਂ ਗੱਲ ਕਰਨ ਦੀ ਕੋਸ਼ਿਸ਼ ਕਰਦਾ, ਕਿਉਂਕਿ ਆਮ ਤੌਰ ਦੇ ਉੱਤੇ ਕਹਿ ਦਿੱਤਾ ਜਾਂਦਾ ਕਿ ਕਿਸੇ ਰੈਲੀ ਜਾਂ ਕਾਨਫਰੰਸ ਦੇ ਵਿੱਚ ਬੜਾ ਵੱਡਾ ਇਕੱਠ ਹੋ ਗਿਆ, ਜਾਂ ਫਲਾਨੀ ਜਿਹੜੀ ਪਾਰਟੀ ਹੈ ਉਹਦਾ ਇਕੱਠ ਫਿੱਕਾ ਰਿਹਾ। ਅਸੀਂ ਜਿਹੜੀ ਸਾਡੇ ਕੋਲ ਜਿਹੜੀ ਬਹੁਤ ਹੀ ਕੰਕਰੀਟ ਕਿਸਮ ਦੀ ਜਾਣਕਾਰੀ ਅਸੀਂ ਉਹ ਸਾਂਝੀ ਕਰਨਾ ਚਾਹੁੰਦੇ। ਇਹਨਾਂ ਕਾਨਫਰੰਸਾਂ ਦਾ ਜਿਹੜਾ ਸੱਚ ਹੈ ਉਹ ਇਹ ਹੈ ਕਿ ਦਾਅਵੇ ਜਿੰਨੇ ਮਰਜ਼ੀ ਸੀ ਸ਼੍ਰੋਮਣੀ ਅਕਾਲੀ ਦਲ BJP ਗੱਠਜੋੜ ਦੇ, ਪਰ ਹੈੱਡ ਕਾਊਂਟ ਜਿਹੜਾ ਖੁਫੀਆ ਜਿਹੜੇ ਸੂਤਰ ਹੈ ਉਹ ਦੱਸਦੇ ਨੇ ਕਿ ਹੈੱਡ ਕਾਊਂਟ ਕੋਈ 26,000 ਦੇ ਕਰੀਬ ਉਸ ਕਾਨਫਰੰਸ ਦੇ ਵਿੱਚ ਇਕੱਠ ਸੀ ਸ਼੍ਰੋਮਣੀ ਅਕਾਲੀ ਦਲ ਦਾ। ਭਾਰਤੀ ਜਨਤਾ ਪਾਰਟੀ ਉਸ ਇਕੱਠ ਤੋਂ ਲਗਭਗ ਗੈਰ ਹਾਜ਼ਰ ਰਹੀ ਹੈ। ਇੱਕ ਅੱਧਾ ਉਹਨਾਂ ਦਾ ਲੀਡਰ ਸਟੇਜ 'ਚ ਦਿਖਾਈ ਦਿੱਤਾ, ਹੇਠਾਂ ਪੰਡਾਲ ਦੇ ਵਿੱਚ ਉਹਨਾਂ ਦੇ ਲੋਕ ਨਹੀਂ ਦਿਖਾਈ ਦਿੱਤੇ। ਜਿਹਨੇ ਇਹ ਗੱਲ ਵੀ ਲੈ ਕੇ ਆਂਦੀ ਸ਼੍ਰੋਮਣੀ ਅਕਾਲੀ ਦਲ ਤੇ BJP ਦੇ ਰਿਸ਼ਤੇ ਦੇਖਣ ਨੂੰ ਬਹੁਤ ਵਧੀਆ ਲੱਗਦੇ ਆ, ਪਰ ਅੰਦਰ ਖਾਤੇ ਇਹਨਾਂ 'ਚ ਹਾਲੇ ਵੀ ਪ੍ਰੋਬਲਮਸ ਹੈ ਜੀ। ਸੋ ਹੈੱਡ ਕਾਊਂਟ ਇਹ ਦੱਸਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਦੇ ਵਿੱਚ 26,000 ਦਾ ਇਕੱਠ ਸੀ। ਦੂਜਾ, ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ ਕਾਂਗਰਸ ਪਾਰਟੀ ਨੇ ਬੜੇ ਵੱਡੇ ਦਾਅਵੇ ਕੀਤੇ ਸੀ। ਦਾਅਵੇ ਪਹਿਲਾਂ ਸਾਰਿਆਂ ਨੇ ਕੀਤੇ। ਆਮ ਆਦਮੀ ਪਾਰਟੀ ਦਾ ਦਾਅਵਾ ਸੀ ਕਿ ਅਸੀਂ 11 ਪੰਡਾਲ ਵਿੱਚ 11 ਏਕੜ ਦੇ ਪੰਡਾਲ 'ਚ ਆਪਣੀ ਕਾਨਫਰੰਸ ਕਰਾਂਗੇ, ਤੇ ਸ਼੍ਰੋਮਣੀ ਅਕਾਲੀ ਦਲ ਵਾਲੇ ਕਹਿੰਦੇ ਬਾਅਦ ਅਸੀਂ 22 ਏਕੜ 'ਚ ਕਰਾਂਗੇ। ਕੈਪਟਨ ਸਾਹਿਬ ਕਹਿਣ ਲੱਗ ਪਏ ਅਸੀਂ 42 ਏਕੜ 'ਚ ਕਰਾਂਗੇ। ਪਰ ਸੱਚ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ 26,000 ਤੋਂ ਵੱਧ ਬੰਦਾ ਇਕੱਠਾ ਕਰ ਸਕਿਆ ਸਰਕਾਰ 'ਚ ਹੁੰਦਿਆਂ ਹੋਇਆ। ਤੇ ਕਾਂਗਰਸ ਪਾਰਟੀ ਵਾਲੇ ਵੀ ਕੈਪਟਨ ਅਮਰਿੰਦਰ ਦੀ ਲੋਕਪ੍ਰਿਯਤਾ ਦੇ ਜ਼ੋਰ ਦੇ ਉੱਤੇ ਜਿਹੜੇ ਦਾਅਵੇ ਕਰਦੇ ਸੀ, ਉਹ ਦਾਅਵੇ ਵੀ ਇੱਕ ਕਿਸਮ ਦੇ ਫਜ਼ੂਲ ਨਿਕਲੇ ਹੈ। ਤੇ ਸਿਰਫ ਹੈੱਡ ਕਾਊਂਟ ਜੋ ਸਾਡੇ ਕੋਲ ਜਾਣਕਾਰੀ ਹੈ 38,000 ਦੇ ਕਰੀਬ ਉੱਥੇ ਲੋਕ ਸੀਗੇ। ਹੈੱਡ ਕਾਊਂਟ, ਸਿਰਾਂ ਦੀ ਗਿਣਤੀ ਜਿਹੜੀ ਸੱਚਮੁੱਚ ਸਿਰ ਦੀ ਗਿਣਤੀ ਕਰਕੇ ਦੇਖਿਆ ਜਾਏ ਤਾਂ 38,000 ਤੋਂ ਜ਼ਿਆਦਾ ਭੀੜ ਨਹੀਂ ਸੀ। ਸੋ ਇਹ ਦੋਵੇਂ ਕਾਨਫਰੰਸਾਂ ਬਹੁਤ ਮੁਕਾਬਲੇ ਦੀ ਕਾਨਫਰੰਸਾਂ ਨਹੀਂ ਰਹੀਆਂ। ਥੋੜ੍ਹੇ ਬਹੁਤ ਫਰਕ ਦੇ ਨਾਲ ਲਗਭਗ ਇੱਕੋ ਜਿਹਾ ਹਾਲ ਰਿਹਾ ਅਕਾਲੀ ਦਲ ਤੇ ਕਾਂਗਰਸ ਦੀ ਕਾਨਫਰੰਸ ਦਾ। ਆਮ ਆਦਮੀ ਪਾਰਟੀ ਦੀ ਕਾਨਫਰੰਸ ਦਾ ਦਾਅਵਾ ਇਹ ਹੈ, ਉਹਨਾਂ ਦੀ ਲੀਡਰਸ਼ਿਪ ਦਾ ਅਸੀਂ 5 ਲੱਖ ਦਾ ਇਕੱਠ ਕੀਤਾ, ਇਹ ਦਾਅਵਾ ਹੈ। ਪਰ ਸੱਚ ਉੱਥੇ ਦਾ ਵੀ ਸਾਡੇ ਕੋਲ ਆ
ਕਿਉਂਕਿ ਮੈਂ ਹੁਣ 3 ਦਿਨ ਦੇ ਟੂਰ ਤੇ ਸੀ, ਮੁਕਤਸਰ ਜ਼ਿਲ੍ਹੇ ਵਿੱਚ ਵੀ ਮੈਂ ਲੰਘਿਆ ਤੇ ਹੈਡ ਕਾਊਂਟ ਜੋ ਮੇਰੀ ਜਾਣਕਾਰੀ ਹੈ 1,36,000 ਦਾ ਇਕੱਠ ਸੀ ਆਮ ਆਦਮੀ ਪਾਰਟੀ ਦਾ। ਅਰਵਿੰਦ ਕੇਜਰੀਵਾਲ ਨੂੰ ਲੋਕ ਸੁਣਨ ਆਏ ਸੀ ਜੀ। ਭਾਵੇਂ ਉਹਨਾਂ ਦਾ ਦਾਅਵਾ 5 ਲੱਖ ਦਾ, ਪਰ ਸਾਡੇ ਕੋਲ ਜਾਣਕਾਰੀ 1,36,000 ਦੀ। ਤੇ ਉਹਦੇ ਬਾਵਜੂਦ ਅਸੀਂ ਕਹਿੰਦੇ ਹਾਂ ਕਿ ਅਕਾਲੀਆਂ ਦਾ 26,000 ਦਾ ਇਕੱਠ, ਕਾਂਗਰਸ ਦਾ 38,000 ਦਾ ਤੇ ਆਮ ਆਦਮੀ ਪਾਰਟੀ ਦਾ 1,26,000 ਦਾ, 1,36,000 ਦਾ। ਇਹ ਕੋਈ ਛੋਟੀ ਪ੍ਰਾਪਤੀ ਨਹੀਂ ਆਮ ਆਦਮੀ ਪਾਰਟੀ ਦੀ। ਉਸ ਸਮੇਂ ਜਦੋਂ ਕੈਪਟਨ ਅਮਰਿੰਦਰ ਵਾਪਸੀ ਕਰ ਰਹੇ ਆ ਪੰਜਾਬ ਦੇ ਵਿੱਚ, ਇੱਕ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਆਏ ਨੇ ਤੇ ਇੱਕ ਵੇਗ ਉਹਨਾਂ ਦੇ ਹੱਕ 'ਚ ਦਿਖਾਈ ਦੇ ਰਿਹਾ ਸੀ ਕਾਂਗਰਸ ਪਾਰਟੀ ਦੇ ਅੰਦਰ ਵੀ। ਜਦੋਂ 41-42 ਜਿਹੜੇ ਉਹਨਾਂ ਦੇ MLA ਉਹਦੇ ਵਿੱਚੋਂ 35-36 ਜਿਹੜੇ ਡਟ ਕੇ ਉਹਨਾਂ ਦੀ ਹਮਾਇਤ ਦੇ ਵਿੱਚ ਹੈ, ਉਦੋਂ ਵੀ ਉਹਨਾਂ ਦਾ ਇਕੱਠ 38,000 ਦਾ ਜਾਣਾ। ਤੇ ਉਧਰ ਸਰਕਾਰ ਸੁਣਦਿਆਂ ਹੋਇਆ ਸ਼੍ਰੋਮਣੀ ਅਕਾਲੀ ਦਲ ਦਾ ਸਾਰੀ ਸਰਕਾਰ ਦੀ ਮਸ਼ੀਨਰੀ ਦੀ ਵਰਤੋਂ ਕਰਦਿਆਂ ਵੀ 26,000 ਦੇ ਕਰੀਬ ਇਕੱਠ ਕਰਨਾ, ਉਹਦੇ ਮੁਕਾਬਲੇ ਆਮ ਆਦਮੀ ਪਾਰਟੀ ਦਾ ਬਿਨਾਂ ਕਿਸੇ ਉਚੇਚ ਦੇ ਸਿਰਫ ਅਰਵਿੰਦ ਕੇਜਰੀਵਾਲ ਦਾ ਇੱਕ ਵਾਇਸ ਮੈਸੇਜ ਜਿਹੜਾ ਆ ਟੈਲੀਫੋਨ ਤੇ ਸਾਰੇ ਪੰਜਾਬ 'ਚ ਗੂੰਜਿਆ, ਜਾਂ ਇੱਕ ਅਖਬਾਰਾਂ ਦੀ ਜਿਹੜੀ ਚਰਚਾ ਸੀ, ਉਸ ਚਰਚਾ ਦੇ ਨਾਲ ਹੀ 1,36,000 ਲੋਕ ਆ ਗਏ। ਯਾਨੀ ਮੁਕਾਬਲੇ 'ਚ ਦੇਖਣਾ ਹੋਵੇ ਤਾਂ ਆਮ ਆਦਮੀ ਪਾਰਟੀ ਦੀ ਕਾਨਫਰੰਸ ਬਹੁਤ ਵੱਡੀ ਕਾਨਫਰੰਸ ਰਹੀ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੀ ਕਾਨਫਰੰਸ ਦੇ ਨਾਲੋਂ। ਇਸ ਸਿਚੁਏਸ਼ਨ ਨੇ, ਕਿਉਂਕਿ ਜਦੋਂ ਤੁਸੀਂ ਹੈਡ ਕਾਊਂਟ ਨਹੀਂ ਕਰਦੇ ਤਾਂ 1,36,000 ਦਾ ਇਕੱਠ ਵੀ ਤੁਹਾਨੂੰ 5 ਲੱਖ ਦਾ ਤੁਸੀਂ ਕਹਿ ਸਕਦੇ ਹੋ। ਆਮ ਤੌਰ ਤੇ 5 ਗੁਣਾ ਜਿਹੜਾ ਹੈ ਵਧਾ ਲਿਆ ਜਾਂਦਾ ਇਕੱਠ ਅਖਬਾਰਾਂ ਦੇ ਵਿੱਚ। ਜੇ ਮੰਨ ਲਓ ਮੈਂ ਤੁਹਾਨੂੰ ਇਹ ਦੱਸਣ ਲੱਗਾ ਵੀ ਜੇ ਮੰਨ ਲਓ 25,000 ਦਾ ਇਕੱਠ ਹੈ ਤੇ ਦਾਅਵਾ ਕਰ ਲੈਂਦੇ ਪਾਰਟੀਆਂ ਵਾਲੇ ਵੀ ਹਾਂ ਅਸੀਂ 1.25 ਲੱਖ ਬੰਦਾ ਇਕੱਠਾ ਕਰਤਾ, ਆਮ ਤੌਰ ਤੇ ਅਖਬਾਰਾਂ 'ਚ ਜਿਹੜੀ ਰਿਪੋਰਟ ਹੁੰਦੀ ਹੈ ਉਹ 5 ਗੁਣਾ ਜ਼ਿਆਦਾ ਹੁੰਦੀ ਹੈ। ਜੇ ਕਿਸੇ ਦਾ 1 ਲੱਖ ਦਾ ਇਕੱਠ ਹੈ ਉਹਨੂੰ 5 ਲੱਖ ਆਰਾਮ ਨਾਲ ਕਹਿ ਦਿੰਦੇ ਆ ਪਾਰਟੀ ਜਿਨ੍ਹਾਂ ਨੇ ਇਕੱਠ ਕੀਤਾ ਹੁੰਦਾ, ਉਹ ਤੇ ਅਖਬਾਰਾਂ ਵਾਲੇ ਉੱਤੇ ਲਿਖ ਦਿੰਦੇ ਆ। ਪਰ ਜਿਹੜਾ ਅਸਲੀ ਸੱਚ ਉਹ ਮੈਂ ਤੁਹਾਡੇ ਨਾਲ ਸਾਂਝਾ ਕੀਤਾ। ਹੁਣ ਜਿਹੜੀ ਅਗਲੀ ਗੱਲ ਹੈ ਵੀ ਇਸ ਇਕੱਠ ਨੇ ਜਿਹੜਾ 1,36,000 ਦਾ ਇਕੱਠ ਹੋਇਆ, ਜਾਂ ਉਹਨਾਂ ਦੇ ਮੁਕਾਬਲੇ 5 ਗੁਣਾ ਜ਼ਿਆਦਾ ਇਕੱਠ ਕਰ ਗਏ ਆਮ ਆਦਮੀ ਪਾਰਟੀ ਵਾਲੇ, ਉਹਨੇ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਕਾਂਗਰਸ ਪਾਰਟੀ ਨੂੰ ਬਹੁਤ ਜ਼ਿਆਦਾ ਚਿੰਤਾ 'ਚ ਪਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਹੁਣ ਇੱਕ ਟਾਰਗੇਟ ਮਿਸ ਲਿਆ ਵੀ ਹੁਣ ਆਮ ਆਦਮੀ ਪਾਰਟੀ ਨੂੰ ਹੀ ਟਾਰਗੇਟ ਕਰਨਾ, ਤੇ ਉਹਦਾ ਕਾਰਨ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਬਾਦਲ ਸਾਹਿਬ ਇਹ ਸਮਝਦੇ ਹੈ ਕਿ ਕਾਂਗਰਸ ਪਾਰਟੀ ਮੁਕਾਬਲੇ 'ਚੋਂ ਬਾਹਰ ਨਹੀਂ ਜਾਣੀ ਚਾਹੀਦੀ। ਜੇ ਕਾਂਗਰਸ ਪਾਰਟੀ ਮੁਕਾਬਲੇ 'ਚ ਨਾ ਰਹੀ ਤੇ ਵੋਟ ਜਿਹੜਾ ਆ ਉਹ ਇੱਕਦਮ ਜਿਹੜਾ ਝੁਕਾਅ ਜਿਹੜਾ ਆਮ ਆਦਮੀ ਪਾਰਟੀ ਵੱਲ ਹੋ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਦਿੱਕਤ ਹੋਣ ਵਾਲੀ ਹੈ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਪਾਰਟੀ ਨੂੰ ਮੁਕਾਬਲੇ 'ਚ ਰੱਖਣਾ ਚਾਹੁੰਦਾ ਤੇ ਉਹਨਾਂ ਦੇ ਨਿਸ਼ਾਨੇ ਜਿਹੜੇ ਆ, ਉਹਨਾਂ ਦੀ ਸਿਆਸੀ ਬੰਦੂਕਾਂ ਦੇ ਨਿਸ਼ਾਨੇ ਹੁਣ ਸਿੱਧੇ ਤੌਰ ਤੇ ਕੇਜਰੀਵਾਲ ਜਾਂ ਬਾਕੀ ਉਹਨਾਂ ਦੀ ਲੀਡਰਸ਼ਿਪ। ਇਸੇ ਕਰਕੇ ਬਿਕਰਮ ਸਿੰਘ ਮਜੀਠੀਆ ਨੇ ਸੰਜੇ ਸਿੰਘ ਦੇ ਖਿਲਾਫ ਕੇਸ ਦਰਜ ਕੀਤਾ। ਉਧਰ ਕਾਂਗਰਸ ਪਾਰਟੀ ਵਾਲੇ ਉਹਨਾਂ ਨੂੰ ਵੀ ਇਹ ਚਿੰਤਾ ਪੈ ਗਈ ਹੈ ਕਿ ਜੇ ਆਮ ਆਦਮੀ ਪਾਰਟੀ ਇਸ ਲੈਵਲ ਦੇ ਉੱਤੇ ਜਿਹੜਾ ਆਮ ਪੰਜਾਬੀ ਜਿਹੜੀ ਜਨਤਾ ਹੈ ਉਹਦਾ ਮਨ ਜਿੱਤ ਰਹੀ ਹੈ, ਤਾਂ ਫਿਰ ਜਿਹੜਾ ਇੱਕ ਮੌਕਾ ਪਿਛਲੀ ਵਾਰੀ ਮਨਪ੍ਰੀਤ ਬਾਦਲ ਕਰਕੇ ਖੁੰਝ ਗਿਆ ਸੱਤਾ 'ਚ ਆਉਣ ਦਾ, ਉਹ ਮੌਕਾ ਇਹਦੇ ਕਰਕੇ ਵੀ ਖੁੱਲ੍ਹ ਸਕਦਾ ਆਮ ਆਦਮੀ ਪਾਰਟੀ ਕਰਕੇ। ਇਸ ਕਰਕੇ ਹੁਣ ਕੈਪਟਨ ਅਮਰਿੰਦਰ ਇਹ ਕਹਿਣ ਲੱਗ ਪਏ ਕਿ ਸਾਡਾ ਮੁਕਾਬਲਾ ਤਾਂ ਸ਼੍ਰੋਮਣੀ ਅਕਾਲੀ ਦਲ ਨਾਲ ਨਹੀਂ, ਸਾਡਾ ਮੁਕਾਬਲਾ ਤਾਂ ਹੈ ਹੀ ਆਮ ਆਦਮੀ ਪਾਰਟੀ ਨਾਲ। ਦੂਜਾ ਕੈਪਟਨ ਹੋਰੀ ਇਹ ਵੀ ਲੱਭ ਰਿਹਾ ਕਿ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਯੂਥ ਦੇ ਵਿੱਚ, ਨੌਜਵਾਨਾਂ 'ਚ ਬਹੁਤ ਪ੍ਰਭਾਵ ਹੈ ਆਮ ਆਦਮੀ ਪਾਰਟੀ ਦਾ, ਵੀ ਉਹਦੀ ਕਾਟ ਕੀ ਹੋਵੇ। ਇਸ ਕਰਕੇ ਕੈਪਟਨ ਅਮਰਿੰਦਰ ਨੇ ਇੱਕ ਪਲਾਨ ਕਰ ਲਿਆ ਵੀ ਉਹ ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਸਟੂਡੈਂਟਸ ਦੇ ਨਾਲ ਇੰਟਰੈਕਟ ਕਰਨਗੇ, ਵਿਦਿਆਰਥੀਆਂ ਨੂੰ ਮੁਖਾਤਬ ਹੋਣਗੇ। ਉਹਨਾਂ ਦੇ ਸਾਹਮਣੇ ਇੱਕ ਐਕਸਪੀਰੀਅੰਸ ਵੀ ਹੈ। ਜਦੋਂ ਹੁਣ ਲੜ ਰਹੇ ਸੀ ਲੋਕ ਸਭਾ ਦੀ ਅੰਮ੍ਰਿਤਸਰ ਤੋਂ ਅਰੁਣ ਜੇਤਲੀ ਦੇ ਮੁਕਾਬਲੇ ਕੈਪਟਨ ਅਮਰਿੰਦਰ ਸਿੰਘ, ਉਦੋਂ ਉਹਨਾਂ ਨੇ ਪ੍ਰਭਾਵ ਲਿਆ ਕਿ ਇੱਥੇ ਜਿਹੜਾ ਯੂਥ ਹੈ ਉਹ ਅਰੁਣ ਜੇਤਲੀ ਦੇ ਪੱਖ 'ਚ 80% ਜਿਹੜਾ ਵੋਟਰ ਸੀ ਯੂਥ ਦੇ ਵਿੱਚੋਂ ਉਹ ਅਰੁਣ ਜੇਤਲੀ ਦੇ ਪੱਖ ਸੀ। ਫਿਰ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਨਾਲ ਰੂਬਰੂ ਕੀਤਾ ਜਾਏ, ਵਿਦਿਆਰਥੀਆਂ ਨੂੰ ਮੁਖਾਤਬ ਹੋਇਆ ਜਾਏ, ਪਰ ਵਿਦਿਆਰਥੀ ਇਸ ਗੱਲ ਨੂੰ ਤਿਆਰ ਨਹੀਂ ਸੀ। ਪਰ ਉਹਦੇ ਬਾਵਜੂਦ ਬੜੀ ਮੁਸ਼ਕਿਲ ਨਾਲ ਵਿਦਿਆਰਥੀਆਂ ਨੂੰ ਮਨਾਇਆ ਗਿਆ। 2.5 ਘੰਟੇ ਕੈਪਟਨ ਅਮਰਿੰਦਰ ਸਿੰਘ ਨੇ ਵਿਦਿਆਰਥੀਆਂ ਨਾਲ ਇੰਟਰੈਕਸ਼ਨ ਕੀਤਾ ਤੇ ਉਹਦਾ ਰਿਜ਼ਲਟ ਇਹ ਨਿਕਲਿਆ ਵੀ 80% ਜਿਹੜੀ ਵੋਟ ਦਿਖਾਈ ਦੇ ਰਹੀ ਸੀ ਅਰੁਣ ਜੇਤਲੀ ਦੇ ਪੱਖ ਦੇ ਵਿੱਚ, ਉਹ ਸਾਰੀ ਕੈਪਟਨ ਅਮਰਿੰਦਰ ਦੇ ਪੱਖ ਵਿੱਚ ਜਿਹੜੀ ਆ ਉਹ ਬਦਲ ਗਈ। ਇਹ ਚਾਹੁੰਦੇ ਆ ਕੈਪਟਨ ਅਮਰਿੰਦਰ, ਉਹ ਐਕਸਪੀਰੀਅੰਸ ਜਿਹੜਾ, ਉਹ ਤਜਰਬਾ ਜਿਹੜਾ ਆ ਸਾਰੇ ਪੰਜਾਬ 'ਚ ਦੁਹਰਾਉਣਾ ਚਾਹੁੰਦੇ ਆ ਤਾਂ ਜੋ ਆਮ ਆਦਮੀ ਪਾਰਟੀ ਦੀ ਕਾਟ ਜਿਹੜੀ ਹੈ ਲੱਭੀ ਜਾ ਸਕੇ। ਇਸ ਕਰਕੇ ਉਹਨਾਂ ਨੇ ਕੁਝ ਪ੍ਰੋਗਰਾਮ ਜਿਹੜੇ ਆ ਅੰਮ੍ਰਿਤਸਰ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਵੀ, ਪਟਿਆਲੇ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਰੱਖਣ ਦੀ ਜਿਹੜੀ ਇੱਕ ਯੋਜਨਾ ਉਲੀਕੀ ਹੈ। ਸੋ ਇਹ ਚਿੰਤਾ ਪੈ ਗਈ ਹੈ। ਇਹ ਸਾਰੀ ਸਿਚੁਏਸ਼ਨ ਦੇ ਵਿੱਚ ਅਸੀਂ ਆਖਰੀ ਗੱਲ ਤੁਹਾਡੇ ਸਵਾਲ ਦੇ ਜਵਾਬ 'ਚ ਇਹ ਕਹਿਣਾ ਚਾਹੁੰਦੇ ਹਾਂ ਕਿ ਇਸ ਵੇਲੇ ਸੱਤਾ ਦੀ ਲੜਾਈ ਹੈ। ਇਸ ਵੇਲੇ ਲੜਾਈ ਇਹ ਹੈ ਕਿ ਪੰਜਾਬ ਦੀ ਹਕੂਮਤ ਤੇ ਕਾਬਜ਼ ਕੌਣ ਹੋਵੇ।
ਕਿ ਉਸ ਲੜਾਈ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਏਜੰਡੇ, ਪੰਜਾਬ ਦੇ ਲੋਕਾਂ ਦੇ ਮੁੱਦੇ ਜਿਹੜੇ ਹੈ ਉਹ ਕਿ ਬਹੁਤ ਜ਼ਿਆਦਾ ਤਵੱਜੋ ਹਾਸਲ ਨਹੀਂ ਕਰ ਪਾ ਰਹੇ। ਲੋੜ ਉਹਨਾਂ ਮੁੱਦਿਆਂ ਦੇ ਉੱਤੇ ਪੋਲੀਟਿਕਸ ਕਰਨ ਦੀ ਹੈ ਔਰ ਆਪਣੀ ਪੋਲੀਟਿਕਸ ਦੱਸਣ ਦੀ ਹੈ। ਪਰ ਬਦਕਿਸਮਤੀ ਪੰਜਾਬੀਆਂ ਦੀ ਇਹ ਹੈ ਕਿ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਕੋਈ ਲੋਕ ਹਿੱਤੂ ਪੋਲੀਟਿਕਸ ਹੈ, ਨਾ ਕੈਪਟਨ ਅਮਰਿੰਦਰ ਕੋਲ, ਤੇ ਅਰਵਿੰਦ ਕੇਜਰੀਵਾਲ ਕੋਲ ਜੇ ਕੁਝ ਵਿਧੀ ਹੈ ਤਾਂ ਉਹ ਵਿਧੀ ਵੀ ਸਟੇਜੀ ਵਿਧੀ ਆ। ਹਾਲੇ ਕੋਈ ਕੰਕਰੀਟ ਕਿਸਮ ਦਾ ਏਜੰਡਾ ਜਿਹੜਾ ਆਮ ਆਦਮੀ ਪਾਰਟੀ ਨੇ ਪੰਜਾਬ ਪ੍ਰਤੀ ਉਹਨੇ ਵੀ ਹਾਲੇ ਪੇਸ਼ ਨਹੀਂ ਕੀਤਾ। ਇਹ ਪੰਜਾਬੀਆਂ ਦੀ ਬਦਕਿਸਮਤੀ ਹੈ। ਇਸ ਸੂਰਤ ਹਾਲ ਦੇ ਵਿੱਚ ਪੰਜਾਬ ਦੀਆਂ ਚੋਣਾਂ ਵੱਲ ਇਹ ਸਾਰੀਆਂ ਪਾਰਟੀਆਂ ਵੱਧ ਰਹੀਆਂ ਤੇ ਉਹਦੇ ਲਈ ਪੰਜਾਬੀਆਂ ਤੋਂ ਝੁਕਾ ਕੇ ਇਹਦੇ ਵੱਲ ਹੋਣਾ, ਕਿਹਦੇ ਵੱਲ ਨਹੀਂ ਹੋਣਾ, ਇਹ ਆਉਣ ਵਾਲੇ 1 ਸਾਲ ਦੇ ਸਮੇਂ ਦੇ ਵਿੱਚ ਕਈ ਵਾਰ ਇਹ ਟ੍ਰੈਂਡ ਜਿਹੜੇ ਆ ਬਦਲਨੇ ਆ, ਜਿਹਦੇ ਤੇ ਅਸੀਂ ਵਕਤ ਤੇ ਗੱਲਾਂ ਕਰਦੇ ਰਹਾਂਗੇ ਜੀ। ਤੇ ਅੱਗੇ ਗੱਲ ਕਰੀਏ, ਹੁਣ ਭੰਨ ਤੋੜ ਸ਼ੁਰੂ ਹੋ ਗਈ ਆ, ਪਾਰਟੀਆਂ ਬਦਲਣੀਆਂ ਸ਼ੁਰੂ ਹੋ ਗਈਆਂ ਤੇ ਮਨਪ੍ਰੀਤ ਬਾਦਲ ਕਾਂਗਰਸ ਵਿੱਚ ਚਲੇ ਗਏ ਹੈ ਤੇ ਉਹਨਾਂ ਦਾ ਸਿਆਸੀ ਭਵਿੱਖ ਕੀ ਹੋਵੇਗਾ? ਦੇਖੋ, ਮਨਪ੍ਰੀਤ ਬਾਦਲ ਹੋਰ ਹੀ ਜਿਹੜੇ ਕਾਂਗਰਸ ਪਾਰਟੀ 'ਚ ਗਏ ਨੇ ਤੇ ਉਹਨਾਂ ਦੇ ਕੋਲ ਆਪਸ਼ਨ ਕੋਈ ਨਹੀਂ ਸੀ, ਵਾਪਸ ਉਹ ਜਾ ਨਹੀਂ ਸੀ ਸਕਦੇ ਸ਼੍ਰੋਮਣੀ ਅਕਾਲੀ ਦਲ 'ਚ। ਉਹਨਾਂ ਦੀ ਉਹ ਬੁੱਕਤ ਨਹੀਂ ਸੀ ਰਹਿਣੀ, ਭਾਵੇਂ ਉਹਨਾਂ ਦਾ ਆਪਦਾ ਟੱਬਰ ਹੀ ਆ, ਉਹ ਬੁੱਕਤ ਨਹੀਂ ਸੀ ਰਹਿਣੀ, ਵਾਪਸ ਉਹ ਜਾ ਨਹੀਂ ਸੀ ਸਕਦੇ। ਆਮ ਆਦਮੀ ਪਾਰਟੀ 'ਚ ਜਾਣ ਦਾ ਮੌਕਾ ਇੱਕ ਖੁੰਝਾ ਲਿਆ ਉਹਨਾਂ ਨੇ। ਉਹ ਮੌਕਾ ਉਦੋਂ ਸੀ ਜਦੋਂ ਲੋਕ ਸਭਾ ਦੀਆਂ ਚੋਣਾਂ ਸੀ। ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਉਹਨਾਂ ਦਾ ਡਾਇਲੋਗ ਚੱਲਿਆ ਇਸ ਮੁੱਦੇ ਦੇ ਉੱਤੇ। ਆਮ ਆਦਮੀ ਪਾਰਟੀ ਨੇ ਇੱਕ ਸ਼ਰਤ ਰੱਖਤੀ ਵੀ ਤੁਸੀਂ ਆ ਜਾਓ, ਪਰ ਆਪ ਦੀ ਜਿਹੜੀ ਪੰਜਾਬ ਪੀਪਲਸ ਪਾਰਟੀ ਉਹਨੂੰ ਮਰਜ ਕਰਨਾ ਪਊਗਾ ਆਮ ਆਦਮੀ ਪਾਰਟੀ 'ਚ। ਇਹ ਗੱਲ ਮੰਨੀ ਨਹੀਂ ਉਦੋਂ। ਮਨਪ੍ਰੀਤ ਬਾਦਲ ਜੀ ਜਦੋਂ ਇਹ ਗੱਲ ਮੰਨ ਲੈਂਦੇ ਤਾਂ ਲਾਜ਼ਮੀ ਤੌਰ ਦੇ ਉੱਤੇ ਬਹੁਤ ਜ਼ਿਆਦਾ ਰਾਜਨੀਤਿਕ ਤੌਰ ਤੇ ਫਾਇਦੇ 'ਚ ਰਹਿੰਦੇ। ਤੇ ਇਸ ਵੇਲੇ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਫੇਸ ਉਹਨਾਂ ਨੇ ਹੋਣਾ ਸੀ ਜੇ ਲੋਕ ਸਭਾ ਚੋਣਾਂ ਦੇ ਵਿੱਚ ਉਹ ਉਸ ਵੇਲੇ ਆਪਣੀ ਪਾਰਟੀ ਮਰਜ ਕਰਦੇ ਆਮ ਆਦਮੀ ਪਾਰਟੀ। ਉਹਨਾਂ ਨੂੰ ਲੱਗਾ ਕਿ ਨਹੀਂ, ਮੇਰੇ ਕੋਲ ਪਾਰਟੀ ਹੈਗੀ ਹੈ, ਇਸ ਪਾਰਟੀ ਦੇ ਜ਼ੋਰ ਦੇ ਉੱਤੇ ਸ਼ਾਇਦ ਮੈਂ ਕਿਸੇ ਨਾਲ ਤਾਲਮੇਲ ਕਰਕੇ ਕੋਈ ਚੋਣ ਜਿਹੜੀ ਹੈ ਲੋਕ ਸਭਾ ਦੀ ਜਿੱਤ ਵੀ ਸਕਦਾ। ਤੇ ਉਹਨਾਂ ਨੂੰ ਉਦੋਂ ਕਾਂਗਰਸ ਪਾਰਟੀ ਜਿਹੜੀ ਹੈ ਉਹ ਜ਼ਿਆਦਾ ਮੁਫੀਦ ਲੱਗੀ। ਇਸੇ ਕਰਕੇ ਉਹਨਾਂ ਨੇ ਇੱਕ ਸੀਟ ਦੇ ਉੱਤੇ ਸਮਝੌਤਾ ਕਰ ਲਿਆ, ਬਠਿੰਡੇ ਦੀ ਸੀਟ ਦੇ ਉੱਤੇ, ਤੇ ਲੜਾਈ ਵੀ ਹਾਈ ਪ੍ਰੋਫਾਈਲ ਹੋ ਗਈ ਆਪਣੀ ਹੀ ਭਰਜਾਈ ਦੇ ਨਾਲ। ਉਹੀ ਆਮ ਆਦਮੀ ਪਾਰਟੀ ਜਿਹੜੀ ਉਹਨਾਂ ਨੂੰ ਆਪਣੀ ਪਾਰਟੀ ਸ਼ਾਮਲ ਕਰਨ ਨੂੰ ਤਿਆਰ ਸੀ, ਉਹੀ ਉਹਨਾਂ ਦੀ ਜੜ੍ਹਾਂ 'ਚ ਉੱਥੇ ਬੈਠ ਗਈ। ਜੱਸੀ ਜਸਰਾਜ ਆਮ ਆਦਮੀ ਪਾਰਟੀ ਵੱਲੋਂ ਉੱਥੇ ਕੈਂਡੀਡੇਟ ਸੀ, ਜਿਹੜਾ 67,000 ਵੋਟਾਂ ਲੈ ਗਿਆ। 19,000 ਵੋਟਾਂ ਨਾਲ ਮਨਪ੍ਰੀਤ ਬਾਦਲ ਹਾਰੇ ਆ। ਜੇ ਆਮ ਆਦਮੀ ਪਾਰਟੀ ਦਾ ਕਿਸੇ ਨਾ ਕਿਸੇ ਲੈਵਲ ਤੇ ਕੋਈ ਤਾਲਮੇਲ ਹੁੰਦਾ ਤਾਂ ਲਾਜ਼ਮੀ ਤੌਰ ਦੇ ਉੱਤੇ ਉਹ ਸੀਟ ਜਿੱਤ ਸਕਦੇ ਸੀ। ਉਹਨਾਂ ਦੀਆਂ ਭੁੱਲਾਂ ਨੇ ਰਾਜਨੀਤਿਕ ਤੌਰ ਦੇ ਉੱਤੇ। ਦੂਜੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ 'ਚ ਜਾਣ ਦੀ ਥਾਂ ਦੇ ਉੱਤੇ ਕਾਂਗਰਸ ਵਿੱਚ ਜਾ ਕੇ ਮਨਪ੍ਰੀਤ ਬਾਦਲ ਨੇ ਇੱਕ ਹੋਰ ਰਾਜਨੀਤਿਕ ਤੌਰ ਦੇ ਉੱਤੇ ਵੱਡਾ ਬਲੰਡਰ ਕੀਤਾ ਹੈ, ਹਿਸਟੋਰੀਕਲ ਬਲੰਡਰ ਕੀਤਾ ਹੈ। ਕਿਉਂਕਿ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ, ਖਾਸ ਤੌਰ ਤੇ ਪੰਜਾਬ ਦੀ ਜਵਾਨੀ ਨੂੰ ਕੁਝ ਸੁਪਨੇ ਵੇਚੇ ਆ। ਉਹ ਸੁਪਨੇ ਪੰਜਾਬ ਦੀ ਜਵਾਨੀ ਨੂੰ ਉਹਨਾਂ ਨੇ ਦਿਖਾਏ ਹੈ ਕਿ ਪੰਜਾਬ ਦੀ ਜਵਾਨੀ ਜਿਹੜੀ ਹੈ ਉਹ ਕਿੱਦਾਂ ਮੁਕਤ ਹੋ ਸਕਦੀ ਹੈ ਆਪਣੀਆਂ ਸਾਰੀਆਂ ਸਮੱਸਿਆਵਾਂ ਤੋਂ। ਉਹ ਸੁਪਨੇ ਉਹਨਾਂ ਨੇ ਭਗਤ ਸਿੰਘ ਦਾ ਨਾਂ ਲੈ ਕੇ ਦਿਖਾਏ ਹੈ। ਉਹ ਪੁਰਾਣੀਆਂ ਕਲਿੱਪਿੰਗਸ ਤੁਸੀਂ ਦੇਖ ਸਕਦੇ ਹੋ, ਪੁਰਾਣੇ ਪੇਪਰ ਚੱਕ ਕੇ ਦੇਖ ਸਕਦੇ ਹੋ ਕਿ ਕਿਹੜੀਆਂ ਗੱਲਾਂ ਮਨਪ੍ਰੀਤ ਬਾਦਲ ਕਹਿੰਦੇ ਰਹੇ ਆ। ਉਹਨਾਂ ਸਾਰੀਆਂ ਗੱਲਾਂ ਤੋਂ ਮਨਪ੍ਰੀਤ ਬਾਦਲ ਥਿੜਕ ਗਏ। ਸਿਰਫ ਤੇ ਸਿਰਫ ਜਿਹੜੀ ਮੌਕਾ ਪ੍ਰਸਤੀ ਦੀ ਪੋਲੀਟਿਕਸ ਹੈ ਉਹਦੇ ਵਿੱਚ ਉਲਝ ਕੇ ਰਹਿ ਗਏ। ਜੇ ਉਹਨਾਂ ਨੇ ਕਾਂਗਰਸ ਪਾਰਟੀ 'ਚ ਜਾਣਾ ਸੀ ਫਿਰ ਅਕਾਲੀ ਦਲ ਕੀ ਮਾਰਾ ਸੀ, ਨਾਲੇ ਆਪਣੇ ਟੱਬਰ 'ਚ ਰਹਿਣਾ ਸੀ। ਘੱਟੋ ਘੱਟ ਉੱਥੇ ਫਾਈਨਾਂਸ ਮਿਨਿਸਟਰ ਸੀ ਨਾ, 4 ਵਾਰ MLA ਵੀ ਬਣੇ ਸ਼੍ਰੋਮਣੀ ਅਕਾਲੀ ਦਲ ਵੱਲੋਂ, ਆਪਣੇ ਪਰਿਵਾਰ 'ਚ ਵੀ ਰਹਿੰਦੇ। ਉਹ ਭਰਾਵਾਂ ਦੀ ਜਿਹੜੀ ਸਾਂਝ ਸੀ ਉਹ ਵੀ ਬਣੀ ਰਹਿੰਦੀ। ਪ੍ਰਕਾਸ਼ ਤੇ ਦਾਸ ਦੀ ਉਹ ਵੀ ਟੁੱਟ ਗਈ। ਪਰਿਵਾਰ ਵੀ ਨਹੀਂ ਰਿਹਾ ਰਾਜਨੀਤੀ ਦੇ ਵਿੱਚ, ਜਿਹੜਾ ਇੱਕ ਰਾਜਨੀਤਿਕ ਵਿਰਸਾ ਸੀ ਉਹ ਵੀ ਨਹੀਂ ਰਿਹਾ ਤੇ ਉਹ ਵੀ ਛੁੱਟ ਗਿਆ। ਤੇ ਬਦਲ ਕੋਈ ਉਹ ਪੇਸ਼ ਨਹੀਂ ਕਰ ਸਕੇ, ਕਾਂਗਰਸ ਬਿਆਨ ਕਰਦੀ। ਤੇ ਫਿਰ ਕਾਂਗਰਸ ਤੇ ਅਕਾਲੀਆਂ 'ਚ ਫਰਕ ਕੀ ਹੈ? ਹੁਣ ਤਾਂ ਪੱਗਾਂ ਦਾ ਫਰਕ ਵੀ ਨਹੀਂ ਰਿਹਾ। ਜਿਹੜੇ ਏਜੰਡੇ ਆ ਉਹ ਬਿਲਕੁਲ ਸਪਸ਼ਟ ਹੈ, ਇੱਕ ਦੂਜੇ ਦੇ ਨਾਲ ਕੋਈ ਫਰਕ ਨਹੀਂ ਹੈ। ਰਾਜਨੀਤਿਕ ਤੌਰ ਦੇ ਉੱਤੇ ਕਿਸੇ ਕਿਸਮ ਦਾ, ਸਿਧਾਂਤਕ ਤੌਰ ਤੇ ਕਿਸੇ ਕਿਸਮ ਦਾ ਵਿਰੋਧ ਵੀ ਨਹੀਂ ਹੈ। ਹੁਣ ਤਾਂ ਨਾਂ ਵੱਖਰੇ ਹੈ ਵੀ ਉਹ ਸ਼੍ਰੋਮਣੀ ਅਕਾਲੀ ਦਲ ਹੈ, ਉਹ ਕਾਂਗਰਸ ਹੈ, ਉਹ ਫਲਾਨੀ ਪਾਰਟੀ ਹੈ। ਪੋਲੀਟੀਕਲ ਜਿਹੜਾ ਕਰੈਕਟਰ ਹੈ, ਰਾਜਸੀ ਕਿਰਦਾਰ ਜਿਹਨੂੰ ਆਪਾਂ ਕਹਿੰਦੇ ਆ, ਉਹ ਤੇ ਨਾਲ ਦੀ ਨਾਲ ਬਿਨਾਂ ਕਿਸੇ ਸਿਧਾਂਤ ਤੋਂ ਰਾਜਨੀਤੀ ਕਰਨ ਦਾ ਜਿਹੜਾ ਇੱਕ ਪੂਰੀ ਦਾ ਪੂਰਾ ਸਿਲਸਿਲਾ ਹੈ ਉਹ ਲਗਭਗ ਇੱਕੋ ਜਿਹਾ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦਾ। ਸਿਰਫ ਨਾਂ ਵੱਖਰਾ ਹੈ ਕਿ ਇਹ ਸ਼੍ਰੋਮਣੀ ਅਕਾਲੀ ਦਲ ਵਾਲੇ ਆ ਜੀ, ਇਹ ਕਾਂਗਰਸ ਵਾਲੇ ਆ। ਅੱਗੇ ਤਾਂ ਪੱਗਾਂ ਦੇ ਰੰਗ ਹੁੰਦੇ ਸੀ, ਨੀਲੀ ਪੱਗ ਹੁੰਦੀ ਸੀ ਅਕਾਲੀਆਂ ਦੀ, ਚਿੱਟੀ ਹੁੰਦੀ ਸੀ ਕਾਂਗਰਸੀਆਂ ਦੀ। ਹੁਣ ਪੱਗਾਂ ਦੇ ਰੰਗ ਵੀ ਜਿਹੜੇ ਉਹ ਰਲਗੱਡ ਹੋ ਗਏ, ਕੋਈ ਪਤਾ ਨਹੀਂ ਲੱਗਦਾ ਵੀ ਅਕਾਲੀ ਹੋਊਗਾ ਜਾਂ ਕਾਂਗਰਸੀ ਹੋਊਗਾ। ਸੋ ਇਸ ਕਰਕੇ ਕਾਂਗਰਸ ਜਾ ਕੇ ਮਨਪ੍ਰੀਤ ਬਾਦਲ ਨੇ ਕੀ ਖੱਟਣਾ? ਹਾਂ, ਇੱਕੋ ਗੱਲ ਖੱਟ ਸਕਦੇ ਆ ਤੇ 5-7 ਸਾਲ ਕਾਂਗਰਸ ਦੇ ਵਿੱਚ ਡਟ ਕੇ ਕੰਮ ਕਰਨ। ਆਹ ਯੁੱਗ ਚਾਹੇ ਉਹ ਜਿੱਤਣ ਚਾਹੇ ਹਾਰਨ, ਆਹ ਯੁੱਗ ਤਾਂ ਜਿਹੜਾ ਕਾਂਗਰਸ ਦੇ ਵਿੱਚ ਜਿਹੜਾ 5-7 ਸਾਲ ਦਾ ਹੈਗਾ, ਇਹ ਤਾਂ ਕੈਪਟਨ ਅਮਰਿੰਦਰ ਦਾ ਹੀ ਹੈ।
ਕੈਪਟਨ ਅਮਰਿੰਦਰ ਦੇ ਥੱਲੇ ਹੀ ਉਹਨਾਂ ਨੂੰ ਕੰਮ ਕਰਨਾ ਪਏਗਾ। ਰੁਤਬਾ ਕੀ ਮਿਲਦਾ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਪਰਸੋਂ ਉਹ ਦਰਬਾਰ ਸਾਹਿਬ 'ਚ ਮੱਥਾ ਟੇਕਣ ਗਏ ਸੀ, ਉੱਥੇ ਇੱਦਾਂ ਦੇ ਸਵਾਲ ਜਦੋਂ ਉਹਨਾਂ ਨੂੰ ਕੀਤੇ ਗਏ ਤਾਂ ਉਹਨਾਂ ਨੇ ਕਿਹਾ ਵੀ ਜਦੋਂ ਘਰ 'ਚ ਨਵੀਂ ਨੂੰਹ ਆਉਂਦੀ ਆ ਉਹਨੂੰ ਵੀ 4 ਦਿਨ ਲੱਗ ਜਾਂਦੇ, 8 ਦਿਨ 10 ਦਿਨ ਲੱਗ ਜਾਂਦੇ ਆ ਸੈਟਲ ਹੋਣ ਲਈ। ਸਾਨੂੰ ਤਾਂ 4 ਦਿਨ ਹੋਏ ਆ, ਕੋਈ ਗੱਲ ਨਹੀਂ। ਪੂਰਾ ਮਾਣ ਸਤਿਕਾਰ ਪੀਪਲਜ਼ ਪਾਰਟੀ ਦੇ ਆਗੂਆਂ ਦਾ ਜਿਹੜਾ ਕਾਂਗਰਸ ਪਾਰਟੀ 'ਚ ਹੋਏਗਾ, ਇਹ ਮਨਪ੍ਰੀਤ ਬਾਦਲ ਦੇ ਲਫ਼ਜ਼ ਹੈ। ਸੋ ਜੇ ਕਾਂਗਰਸ ਦੇ ਵਿੱਚ ਹੈ ਫਿਰ ਉਹਨਾਂ ਨੂੰ 5-7 ਸਾਲ ਬੜੀ ਮਿਹਨਤ ਕਰਨੀ ਪਊਗੀ। ਇਹ ਹੋ ਸਕਦਾ ਹੈ ਵੀ ਕੈਪਟਨ ਅਮਰਿੰਦਰ ਤੋਂ ਬਾਅਦ ਜਿਹੜਾ ਅਗਲਾ ਚਿਹਰਾ ਕਾਂਗਰਸ ਦੇ ਵਿੱਚ ਹੋਵੇ, ਕਿਉਂਕਿ ਬਾਕੀ ਲੀਡਰਸ਼ਿਪ ਬੁੱਢੀ ਹੋ ਚੁੱਕੀ ਕਾਂਗਰਸ ਦੀ, ਚਾਹੇ ਬੀਬੀ ਰਜਿੰਦਰ ਕੌਰ ਪਟਕਲਿਆ ਹੈ, ਚਾਹੇ ਬਾਕੀ ਲੀਡਰ ਹੈ ਜਿਹੜੇ ਐਨਰਜੈਟਿਕ ਲੀਡਰ ਸੀ ਸੁਖਪਾਲ ਸੁਖਹਿਰਾ ਵਰਗੇ, ਉਹ ਆਮ ਆਦਮੀ ਪਾਰਟੀ ਚਲ ਗਏ। ਜਿਹੜੀ ਅਗਲੀ ਲੀਡਰਸ਼ਿਪ ਆ ਰਹੀ ਹੈ ਉਹਦੇ 'ਚ ਰਵਨੀਤ ਬਿੱਟੂ ਵਗੈਰਾ ਉਹ ਬਹੁਤ ਯੰਗ ਹੈ ਅਤੇ ਉਹ ਉਸ ਸਾਰੇ ਸਿਲਸਿਲੇ ਦੇ ਵਿੱਚ ਸ਼ਾਇਦ ਮਨਪ੍ਰੀਤ ਬਾਦਲ 5-7 ਸਾਲਾਂ ਬਾਅਦ ਕਾਂਗਰਸ ਪਾਰਟੀ ਦਾ ਸਭ ਤੋਂ ਪਾਪੂਲਰ ਚਿਹਰਾ ਹੋਵੇ। ਸ਼ਾਇਦ ਮੈਂ ਸ਼ਾਇਦ ਕਹਿ ਰਿਹਾ ਕਿਉਂਕਿ ਪਿਛਲੇ 3-4 ਸਾਲ ਤੋਂ ਜਿਹੜੀ ਮਨਪ੍ਰੀਤ ਬਾਦਲ ਦਾ ਜਿਹੜਾ ਪੋਲੀਟੀਕਲੀ ਕੈਰੀਅਰ ਹੈ ਡਾਵਾਡੋਲ ਹੁੰਦਾ ਰਿਹਾ ਅਤੇ ਉਹ ਸਟੈਪ ਜਿਹੜੇ ਆ ਕਈ ਵਾਰ ਇੱਧਰ ਉੱਧਰ ਕਰਦੇ ਰਹੇ ਆ, ਗਲਤ ਸਟੈਪ ਵੀ ਚੁੱਕਦੇ ਰਹੇ ਆ। ਆਉਣ ਵਾਲੇ ਸਮੇਂ 'ਚ ਕੀ ਬਣਨਾ ਨਹੀਂ ਬਣਨਾ ਇਹ ਨਹੀਂ ਕਹਿ ਸਕਦਾ ਮੈਂ, ਪਰ 5-7 ਸਾਲ ਉਹ ਜਿੱਤਣ ਹਾਰਨ ਉਹ ਕਾਂਗਰਸ ਦੇ ਵਿੱਚ ਲਾ ਦੇਣ ਜੀ ਜਾਣ ਦੇ ਨਾਲ। ਰਾਹੁਲ ਗਾਂਧੀ ਨਾਲ ਨੇੜਤਾ ਤਾਂ ਉਹਨਾਂ ਨੇ ਬਣਾਈ ਲਈ ਹੈ, ਤਾਂ ਸ਼ਾਇਦ ਉਹ 5-7 ਸਾਲ ਬਾਅਦ ਕਾਂਗਰਸ ਪਾਰਟੀ ਦਾ ਜਿਹੜਾ ਪ੍ਰਮੁੱਖ ਤੌਰ 'ਤੇ ਚਿਹਰਾ ਹੋਵੇ। ਪਰ ਮਸਲਾ ਤਾਂ ਫਿਰ ਉੱਥੇ ਹੀ ਹੈ, ਜੇ ਕਾਂਗਰਸ ਪਾਰਟੀ ਨੇ ਹਕੂਮਤ ਕਰਨੀ ਹੈ ਤਾਂ ਵੀ ਆਉਣ ਵਾਲੇ ਸਮੇਂ 'ਚ ਬਾਦਲ ਕਰਨ ਜੀ, ਸ਼੍ਰੋਮਣੀ ਅਕਾਲੀ ਦਲ ਨੇ ਕਰਨੀ ਤਾਂ ਵੀ ਬਾਦਲ ਕਰਨ, ਤੇ ਬਾਦਲਾਂ ਤੋਂ ਤਾਂ ਪੰਜਾਬ ਦੀ ਹੋਈ ਨਾ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਬਦਲਵੀਂ ਰਾਜਨੀਤੀ ਜਿਹੜੀ ਪੰਜਾਬ 'ਚ ਚਾਹੀਦੀ ਸੀ, ਉਹ ਰਾਜਨੀਤੀ ਜਿਹੜੀ ਹੈ ਪੰਜਾਬ ਦੇ ਵਿੱਚ ਉਹਦੀ ਲੀਹ ਜਿਹੜੀ ਸ਼ੁਰੂ ਕਰਨ ਦਾ ਦਾਅਵਾ ਤਾਂ ਕੀਤਾ ਮਨਪ੍ਰੀਤ ਬਾਦਲ ਨੇ, ਪਰ ਉਹ ਲੀਹ ਆਪ ਹੀ ਜਿਹੜੀ ਹੈ ਉਹਨਾਂ ਨੇ ਮੇਟ ਦਿੱਤੀ ਹੈ, ਜਿਹਦੇ 'ਚ ਨਿਕਲਣ ਪਾਉਣ ਨੂੰ ਕੁਝ ਨਹੀਂ ਹੈ ਜੀ। ਤੇ ਅੱਗੇ ਜੀ ਆਪਾਂ ਗੱਲ ਕਰੀਏ ਜੋਗਿੰਦਰ ਯਾਦਵ ਜਿਹੜੇ ਆਮ ਆਦਮੀ ਪਾਰਟੀ ਤੋਂ ਵੱਖ ਹੋਏ ਆ, ਤੇ ਪ੍ਰਸ਼ਾਂਤ ਭੂਸ਼ਣ ਉਹ ਵੀ ਆਪਣੇ ਪਰ ਤੋਰ ਰਹੇ ਪੰਜਾਬ ਦੇ ਵਿੱਚ ਇੱਕ ਪਾਰਟੀ ਬਣਾਉਣ ਲਈ। ਅੱਜ ਇਸ ਕਿਸਮ ਦਾ ਸੰਕੇਤ ਜਿਹੜਾ ਆ ਜੋਗਿੰਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਵੱਲੋਂ ਆਇਆ ਵੀ ਉਹ ਸ਼ਾਇਦ ਪੰਜਾਬ ਦੇ ਵਿੱਚ ਰਾਜ ਅਭਿਆਨ ਚੱਲ ਰਿਹਾ ਹੈ ਉਹਨੂੰ ਇੱਕ ਰਾਜਨੀਤਿਕ ਰੂਪ ਉਹ ਦੇਣਾ ਚਾਹੁੰਦੇ ਆ, ਜਿਹੜੀ ਰਾਜਨੀਤਿਕ ਪਾਰਟੀ ਤਬਦੀਲ ਕਰਨਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਹੈ ਵੀ ਜਿਹੜਾ NGOs ਦੇ ਰੂਪ ਦੇ ਵਿੱਚ ਜਾਂ ਕੋਈ ਵੈਸੇ ਕੋਈ ਜਥੇਬੰਦੀ ਬਣਾ ਕੇ ਸਵਰਾਜ ਅਭਿਆਨ ਦੇ ਨਾਂ ਦੇ ਉੱਤੇ ਥੋੜ੍ਹੀ ਬਹੁਤ ਜਾਗਰੂਕਤਾ ਤਾਂ ਪੈਦਾ ਕੀਤੀ ਜਾ ਸਕਦੀ ਹੈ, ਪਰ ਅਲਟੀਮੇਟਲੀ ਜਿਹਨਾਂ ਨੂੰ ਤੁਸੀਂ ਜਾਗਰੂਕ ਉਹਨਾਂ ਨੂੰ ਵੋਟ ਤਾਂ ਪਾਉਣ ਜਾਣਾ ਹੀ, ਉਹ ਵੋਟ ਪਾਉਣ ਕਿਹਨੂੰ? ਉਹਨੂੰ ਲੱਗਦਾ ਕਿ ਸ਼ਾਇਦ ਉਹਨਾਂ ਕੋਲ ਸਪੇਸ ਹੈ ਪੰਜਾਬ ਦੇ ਵਿੱਚ, ਵੀ ਪੰਜਾਬ ਦੇ ਵਿੱਚ ਕਿਉਂਕਿ ਉਹਨਾਂ ਦੇ ਕੁਝ ਲੋਕ ਹੈਗੇ ਨੇ ਬੁੱਧੀਜੀਵੀ ਤਬਕੇ ਦੇ ਵਿੱਚੋਂ, ਕੁਝ ਇੰਟਲੈਕਚੁਅਲ ਲੋਕ ਹੈਗੇ ਆ ਜਿਹੜੇ ਪ੍ਰਸ਼ਾਂਤ ਭੂਸ਼ਣ ਤੇ ਜੋਗਿੰਦਰ ਯਾਦਵ ਨੂੰ ਪਸੰਦ ਕਰਦੇ ਆ। ਤੇ ਉਹਨਾਂ ਨੇ ਖਡੂਰ ਸਾਹਿਬ ਦੀ ਜਿਹੜੀ ਚੋਣ ਹੋਣੀ ਹੈ ਜ਼ਿਮਨੀ, ਉੱਥੇ ਵੀ ਭਾਈ ਬਲਦੀਪ ਸਿੰਘ ਨੂੰ ਸਪੋਰਟ ਕਰਨ ਦਾ ਐਲਾਨ ਕੀਤਾ ਹੋਇਆ। ਇਸ ਸਿਚੁਏਸ਼ਨ 'ਚ ਉਹਨਾਂ ਨੂੰ ਲੱਗਦਾ ਕਿ ਖਡੂਰ ਸਾਹਿਬ ਦਾ ਜਿਹੜਾ ਰਿਜ਼ਲਟ ਆਏਗਾ ਉਹਦੇ 'ਚ ਕਿੰਨੇ ਕੁ % ਵੋਟ ਭਾਈ ਬਲਦੀਪ ਸਿੰਘ ਲੈ ਕੇ ਜਾਂਦੇ ਆ ਦੇਖਣਗੇ। ਉਸ ਤੋਂ ਬਾਅਦ ਸ਼ਾਇਦ ਉਹ ਆਪਣਾ ਇੱਕ ਏਜੰਡਾ ਬਣਾ ਕੇ ਪੰਜਾਬ 'ਚ ਪੋਲੀਟੀਕਲ ਪਾਰਟੀ ਦੇ ਤੌਰ ਦੇ ਉੱਤੇ ਪੇਸ਼ ਹੋਣ, ਪਰ ਮੈਨੂੰ ਨਹੀਂ ਲੱਗਦਾ ਕਿ ਬਹੁਤ ਜ਼ਿਆਦਾ ਪ੍ਰਭਾਵ ਉਹ ਆਪਣੀ ਪਾਰਟੀ ਬਣਾ ਕੇ ਹਾਸਿਲ ਕਰ ਸਕਣਗੇ, ਕਿਉਂਕਿ ਇਸ ਵੇਲੇ ਆਮ ਆਦਮੀ ਪਾਰਟੀ ਦੇ ਪ੍ਰਤੀ ਇੱਕ ਵੇਗ ਹੈ, ਲੋਕਾਂ ਦੇ ਵਿੱਚ ਉਤਸੁਕਤਾ ਹੈ। ਲੋਕਾਂ ਨੂੰ ਇਹ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ BJP ਗੱਠਜੋੜ ਤੇ ਕਾਂਗਰਸ ਦੇ ਮੁਕਾਬਲੇ ਕੋਈ ਤਾਂ ਬਦਲ ਦਿਖਾਈ ਦੇ ਰਿਹਾ ਨਾ, ਇਹਨਾਂ ਨੂੰ ਤਾਂ ਚੰਗੇ ਹੈ, ਏਦਾਂ ਲੋਕ ਸੋਚਣ ਲੱਗ ਪਏ। ਇਸ ਕਰਕੇ ਉਹਨਾਂ ਦੀ ਰੈਲੀਆਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਲੋਕ ਜਾ ਰਹੇ ਹਨ। ਉਹ ਟ੍ਰੈਂਡ ਜਿਹੜਾ ਆ ਉਹਨੂੰ ਤੋੜਨਾ ਥੋੜਾ ਮੁਸ਼ਕਿਲ ਹੈ। ਠੀਕ ਹੈ ਕਿ ਕੁਝ ਥੋੜੇ ਬਹੁਤ ਲੋਕ ਜਿਹੜੇ ਆ ਉਹ ਬੁੱਧੀਜੀਵੀ ਤਬਕੇ ਦੇ ਜਾਂ ਵਿਚਾਰਵਾਨ ਲੋਕ ਜਿਹੜੇ ਆ ਉਹਨਾਂ ਨੂੰ ਆਪਣੇ ਨਾਲ ਜੋੜਨ 'ਚ ਕਾਮਯਾਬ ਹੋ ਸਕਦੇ ਆ, ਪਰ ਸਿਆਸੀ ਪਾਰਟੀ ਬਣਾ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਕੋਈ ਚੌਥਾ ਕੋਣ, ਬਹੁਤ ਮਜ਼ਬੂਤ ਕਿਸਮ ਦਾ ਚੌਥਾ ਕੋਣ ਸਥਾਪਿਤ ਕਰਨ ਦੇ ਵਿੱਚ ਉਹ ਸਫਲ ਨਹੀਂ ਹੋਣਗੇ, ਮੇਰਾ ਇਹ ਮੰਨਣਾ ਜੀ। ਤੇ ਅੱਗੇ ਜੀ ਆਪਾਂ ਸਿੱਧੂਆਂ ਦੀ ਗੱਲ ਕਰ ਲਈਏ। ਨਵਜੋਤ ਕੌਰ ਸਿੱਧੂ ਦੇ ਸਿੱਧੇ ਹਮਲੇ ਰਾਜ ਦੇ ਵਿੱਚ ਪਾਰਟੀ ਜਿਹੜੀ ਰਾਜ ਸੱਤਾ ਦੇ ਵਿੱਚ ਪਾਰਟੀ ਆ ਉਹਨਾਂ ਦੇ ਮੈਂਬਰਾਂ ਤੇ। ਦੇਖੋ ਪਿਛਲੇ ਲੰਮੇ ਸਮੇਂ ਤੋਂ ਨਵਜੋਤ ਕੌਰ ਸਿੱਧੂ ਜਿਹੜੇ ਆ ਬਹੁਤ ਐਗਰੈਸਿਵ ਕਿਸਮ ਦੀਆਂ ਗੱਲਾਂ ਕਰ ਰਹੇ ਆ। ਹੈਰਾਨੀ ਇਹ ਹੈ ਵੀ ਨਵਜੋਤ ਸਿੰਘ ਸਿੱਧੂ ਅਕਸਰ ਏਦਾਂ ਬੋਲਦੇ ਰਹੇ ਆ ਪਿਛਲੇ ਸਮੇਂ ਦੇ ਵਿੱਚ, ਬੜਾ ਤਿੱਖਾ ਬੋਲਦੇ ਰਹੇ, ਪਰ ਉਹ ਪਿਛਲੇ 2 ਦਿਨਾਂ 'ਚ ਬਿਮਾਰ ਨੇ, ਇਸ ਕਰਕੇ ਉਹ ਫਰੰਟ ਤੇ ਨਹੀਂ ਹੈ, ਤੇ ਫਰੰਟ ਤੇ ਫਿਰ ਨਵਜੋਤ ਕੌਰ ਸਿੱਧੂ ਹੈ। ਅੱਛਾ, ਉੱਪਰੋਂ ਹੈਰਾਨੀ ਇਹ ਹੈ ਕਿ ਨਵਜੋਤ ਕੌਰ ਸਿੱਧੂ ਸਿਹਤ ਮਹਿਕਮੇ ਦੀ ਪਾਰਲੀਮਾਨੀ ਸੈਕਟਰੀ ਹੈ, ਚੀਫ ਪਾਰਲੀਮਾਨੀ ਸੈਕਟਰੀ ਪੰਜਾਬ ਸਰਕਾਰ ਦੇ ਵਿੱਚ ਹੈ। ਅੱਛਾ, ਪਿਛਲੇ ਲੰਮੇ ਸਮੇਂ ਤੋਂ ਉਹ ਆਪਣੀ ਹੀ ਸਰਕਾਰ ਦੀ ਨੁਕਤਾਚੀਨੀ ਕਰਦੇ ਆ ਰਹੇ, ਤੇ ਅੱਗੇ ਤਾਂ ਸਰਕਾਰ ਦੀ ਨੁਕਤਾਚੀਨੀ ਕਰਦੇ ਸੀ, ਹੁਣ ਉਹ ਸਿੱਧੇ ਤੌਰ ਤੇ ਆਪਣੀ ਪਾਰਟੀ ਦੀ ਵੀ ਨੁਕਤਾਚੀਨੀ ਕਰਨ ਲੱਗ ਪਏ। ਭਾਰਤੀ ਜਨਤਾ ਪਾਰਟੀ ਦੀ ਨੁਕਤਾਚੀਨੀ ਕਰਨ
ਤੋਂ ਇਲਾਵਾ ਹੁਣ ਉਹਨਾਂ ਨੇ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦੀ ਹਮਾਇਤ 'ਚ ਬੋਲਣਾ ਸ਼ੁਰੂ ਕਰ ਦਿੱਤਾ। ਇਹ ਬੜੀ ਵੱਡੀ ਹੈਰਾਨੀ ਦੀ ਗੱਲ ਹੈ। ਠੀਕ ਹੈ, ਤੁਹਾਡਾ ਕੋਈ ਤਾਲਮੇਲ ਵੀ ਕਿਤੇ ਹੋਵੇ, ਪਰ ਜਿੰਨੀ ਦੇਰ ਤੱਕ ਤੁਸੀਂ ਇੱਕ ਰਾਜਨੀਤਿਕ ਪਾਰਟੀ ਦੇ ਵਿੱਚ ਉੱਥੇ ਦੂਜੀ ਰਾਜਨੀਤਿਕ ਪਾਰਟੀ ਦੀ ਸਿਫਤ ਜਿਹੜੀ ਕਿਸੇ ਵੀ ਕੀਮਤ ਤੇ ਕੀਤੀ ਨਹੀਂ ਜਾ ਸਕਦੀ। ਜੇ ਕਰਦੇ ਹੋ ਤਾਂ ਜਿਹੜੀ ਉਹਨਾਂ ਦੀ ਜਿਸ ਸਿਆਸੀ ਪਾਰਟੀ ਤੋਂ ਸਿਆਸੀ ਪਾਰਟੀ ਤੁਹਾਡੇ ਤੇ ਐਕਸ਼ਨ ਲਏਗੀ। ਥੋੜੇ ਦਿਨ ਪਹਿਲਾਂ ਨਵਜੋਤ ਕੌਰ ਸਿੱਧੂ ਨੂੰ ਕੁਝ ਸਵਾਲ ਕੀਤੇ ਗਏ ਤੇ ਉਹਨਾਂ ਨੇ ਬੜੇ ਬੇਬਾਕ ਤਰੀਕੇ ਨਾਲ ਕਿਹਾ ਕਿ ਆਮ ਆਦਮੀ ਪਾਰਟੀ ਹੀ ਪੰਜਾਬ ਦਾ ਭਵਿੱਖ ਹੈ। ਨਵਜੋਤ ਕੌਰ ਸਿੱਧੂ ਜਦੋਂ ਪੁੱਛਿਆ ਗਿਆ ਕਿ ਤੁਸੀਂ ਵੋਟ ਜੇ ਲੋਕਾਂ ਨੂੰ ਕਹਿਣਾ ਹੋਵੇ ਫਲਾਨੀ ਪਾਰਟੀ ਨੂੰ ਵੋਟ ਪਾਓ ਤੇ ਕਿਹਨੂੰ ਕਹੋਗੇ ਵੋਟ ਪਾਓ, ਉਹਨੇ ਬਿਨਾਂ ਝਿਜਕ ਕਿਹਾ ਕਿ ਮੈਂ ਕਹੂੰਗੀ ਆਮ ਆਦਮੀ ਪਾਰਟੀ ਨੂੰ ਵੋਟ ਪਾਓ। ਚੀਫ ਪਾਰਲੀਮਾਨੀ ਸੈਕਟਰੀ ਹੋਵੇ ਸਰਕਾਰ ਦੇ ਵਿੱਚ, ਬੀਜੇਪੀ ਦੀ ਵਿਧਾਇਕਾ ਹੋਵੇ, ਬੀਜੇਪੀ ਦੀ ਵਿਧਾਇਕਾ ਹੋਣ ਦੇ ਬਾਵਜੂਦ ਵੀ ਵੋਟਾਂ ਪਾਉਣ ਨੂੰ ਲੋਕਾਂ ਨੂੰ ਕਹਿੰਦੇ ਆਮ ਆਦਮੀ ਪਾਰਟੀ ਨੂੰ ਪਾਓ। ਕਿ ਬੀਜੇਪੀ ਕੀ ਕਰ ਰਹੀ ਹੈ? ਹਾਲੇ ਤੱਕ ਉਹਨਾਂ ਤੇ ਕੋਈ ਐਕਸ਼ਨ ਨਹੀਂ। ਦੇਸ਼ ਦੇ ਵਿੱਚ ਕਮਿਊਨਿਸਟ ਪਾਰਟੀਆਂ ਤੋਂ ਬਾਅਦ ਜਿਹੜੀ ਸਭ ਤੋਂ ਜ਼ਿਆਦਾ ਅਨੁਸ਼ਾਸਿਤ ਪਾਰਟੀ ਸਮਝੀ ਜਾਂਦੀ ਰਹੀ ਜਾਂ ਕਾਡਰ ਆਧਾਰਿਤ ਪਾਰਟੀ ਉਹ ਬੀਜੇਪੀ ਹੈ। ਤੇ ਅੱਜ ਸਭ ਤੋਂ ਜ਼ਿਆਦਾ ਅਨੁਸ਼ਾਸਨ ਭੰਗ ਜਿਹੜਾ ਬੀਜੇਪੀ 'ਚ ਹੋ ਰਿਹਾ। ਬੀਜੇਪੀ 'ਚ ਰਹਿੰਦੇ ਆ ਲੋਕ ਬੀਜੇਪੀ ਦੇ ਖਿਲਾਫ ਬੋਲਦੇ ਆ। ਸ਼ਤਰੂਘਨ ਸਿਨਹਾ ਤੋਂ ਲੈ ਕੇ ਕੀਰਤੀ ਆਜ਼ਾਦ ਤੱਕ। ਕੀਰਤੀ ਆਜ਼ਾਦ ਨੂੰ ਸਸਪੈਂਡ ਜੇ ਕੀਤਾ ਗਿਆ, ਉਹਨੂੰ ਸਿਰਫ ਸਸਪੈਂਡ ਕੀਤਾ ਗਿਆ, ਪਾਰਟੀ 'ਚੋਂ ਨਹੀਂ ਕੱਢਿਆ ਗਿਆ। ਇਹਦੇ ਸ਼ਤਰੂਘਨ ਸਿਨਹਾ ਲਗਾਤਾਰ ਬੋਲਦੇ ਆ, ਜਸਵੰਤ ਸਿਨਹਾ ਬੋਲਦੇ ਰਹੇ, ਜਸਵੰਤ ਸਿੰਘ ਬੋਲਦੇ ਰਹੇ ਆ। ਅਡਵਾਨੀ ਸਾਹਿਬ ਵੀ ਕਦੀ ਖੁਸ਼ ਨਹੀਂ ਰਹੇ ਇਸ ਲੀਡਰਸ਼ਿਪ ਤੋਂ ਤੇ ਸੁਸ਼ਮਾ ਸਵਰਾਜ ਵੀ ਬੋਲਦੀ ਰਹੀ। ਉਮਾ ਭਾਰਤੀ ਜਿਹੜੀ ਹੈ ਉਹ ਪ੍ਰੈਸ ਕਾਨਫਰੰਸ ਕਰਕੇ ਬਹੁਤ ਤਿੱਖੇ ਲਫ਼ਜ਼ਾਂ 'ਚ ਬੋਲ ਕੇ ਗਈ ਸੀ। ਅੱਜ ਫਿਰ ਸਰਕਾਰ ਦੇ ਵਿੱਚ ਮੰਤਰੀ ਹੈ। ਤੇ ਨਵਜੋਤ ਕੌਰ ਸਿੱਧੂ ਵੀ ਲਗਾਤਾਰ ਬੋਲਦੇ ਆ, ਉਹਦੇ ਬਾਵਜੂਦ ਪਾਰਟੀ ਦੇ ਵਿੱਚ ਹੈ। ਸੋ ਅਨੁਸ਼ਾਸਨ ਇਸ ਪਾਰਟੀ ਦੇ ਵਿੱਚ ਕਿਤੇ ਦਿਖਾਈ ਨਹੀਂ ਦੇ ਰਿਹਾ। ਪਰ ਇਹਦਾ ਇੱਕ ਸੰਕੇਤ ਜ਼ਰੂਰ ਹੈ ਕਿ ਸ਼ਾਇਦ ਕੋਈ ਨਾ ਕੋਈ ਤਾਲਮੇਲ ਆਮ ਆਦਮੀ ਪਾਰਟੀ ਦੇ ਨਾਲ ਨਵਜੋਤ ਸਿੰਘ ਸਿੱਧੂ ਦਾ ਹੈ। ਭਾਵੇਂ ਉਹ ਬਿਮਾਰ ਨੇ, ਇਸ ਕਰਕੇ ਹਾਲੇ ਉਹਨਾਂ ਦਾ ਕੋਈ ਸਰਗਰਮੀ ਸਾਨੂੰ ਨਹੀਂ ਦਿਖਾਈ ਦੇ ਰਹੀ। ਪਰ ਖੁਦ ਅਰਵਿੰਦ ਕੇਜਰੀਵਾਲ ਦਾ ਕਹਿਣਾ ਨਵਜੋਤ ਸਿੰਘ ਸਿੱਧੂ ਬਾਰੇ ਕਿ ਜੇ ਉਹ ਸਾਡੀ ਪਾਰਟੀ 'ਚ ਉਹਦੇ ਚੰਗੀ ਹੈ, ਇੱਦਾਂ ਦੀ ਸੰਭਾਵਨਾ ਕੋਈ ਨਾ ਕੋਈ ਦਿਖਾਈ ਦੇ ਰਹੀ ਹੈ। ਉਧਰ ਜਗਮੀਤ ਬਰਾੜ ਨੇ ਵੀ ਇੱਕ ਦਿਨ ਆਮ ਆਦਮੀ ਪਾਰਟੀ ਦੀ ਸਿਫਤ ਕਰ ਦਿੱਤੀ ਕਿ ਮਾਘੀ ਮੇਲੇ ਦੇ ਇੰਨਾ ਇਕੱਠ ਤਾਂ ਮੈਂ ਕਦੀ ਵੀ ਨਹੀਂ ਦੇਖਿਆ। ਉਹ ਵੀ ਹੁਣ ਆਪਣੀ ਪਾਰਟੀ ਦੇ ਨਿਸ਼ਾਨੇ ਤੇ ਫੇਰ ਤੋਂ ਹੈ। ਸੋ ਇਹ ਕੁਝ ਚਿਹਰੇ ਆ ਜਗਮੀਤ ਬਰਾੜ ਵਰਗੇ, ਨਵਜੋਤ ਸਿੰਘ ਸਿੱਧੂ ਵਰਗੇ, ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਸਿਆਸੀ ਜਿਹੜੀ ਹਲਚਲ ਹੈ ਉਹਦੇ ਵਿੱਚ ਹੋਰ ਜ਼ਿਆਦਾ ਹਲਚਲ ਪੈਦਾ ਕਰ ਸਕਦੇ ਹੈ। ਆਮ ਆਦਮੀ ਪਾਰਟੀ ਨਾਲ ਰਿਲੇਟਡ ਕੋਈ ਨਾ ਕੋਈ ਐਕਟੀਵਿਟੀ ਹੋ ਸਕਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ। ਕੋਈ ਵੱਡੇ ਸਿਆਸੀ ਧਮਾਕੇ ਹੋਣ ਦੀਆਂ ਸੰਭਾਵਨਾਵਾਂ ਹਾਲੇ ਬਚੀਆਂ ਪਈਆਂ ਤੇ ਹਾਲੇ ਬਹੁਤ ਯਕੀਨ ਦੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਅੱਜ ਦੀ ਪੋਲੀਟਿਕਸ ਜਿਹੜੀ ਹੈ ਅਸਥਿਰ ਕਿਸਮ ਦੀ ਪੋਲੀਟਿਕਸ ਹੈ। ਕਿਸੇ ਵੀ ਵਿਅਕਤੀ ਉੱਤੇ ਕੋਈ ਦਾਅਵਾ ਕਰਕੇ ਤੁਸੀਂ ਕਹਿ ਨਹੀਂ ਸਕਦੇ ਵੀ ਇਹ ਵਿਅਕਤੀ ਜਿਹੜਾ ਅੱਜ ਇੱਥੇ ਹੈ ਤੇ ਕੱਲ੍ਹ ਨੂੰ ਉੱਥੇ ਨਹੀਂ ਹੋਏਗਾ। ਜਿਹੜਾ ਵਿਅਕਤੀ ਅੱਜ ਕਿਸੇ ਸਿਆਸੀ ਪਾਰਟੀ 'ਚ ਕੱਲ੍ਹ ਨੂੰ ਕਿਸੇ ਵੀ ਹੋਰ ਸਿਆਸੀ ਪਾਰਟੀ ਨੂੰ ਉਹ ਜੁਆਇਨ ਕਰ ਸਕਦਾ ਹੈ ਕਿਉਂਕਿ ਅੱਜ ਕੱਲ੍ਹ ਸਾਡੀ ਸਿਆਸਤ ਜਿਹੜੀ ਆ ਭਾਰਤ ਦੀ, ਪੰਜਾਬ ਦੀ ਸਿਆਸਤ ਸਿਧਾਂਤਕ ਸਿਆਸਤ ਨਹੀਂ ਰਹੀ, ਸਿਰਫ ਤੇ ਸਿਰਫ ਮੌਕੇ ਦੀ ਸਿਆਸਤ ਰਹਿ ਗਈ ਹੈ। ਜੀ ਅਗਲੀ ਖਬਰ ਆਪਾਂ ਕਰਦੇ ਹਾਂ। ਜਿਸ ਤਰ੍ਹਾਂ ਪਹਿਲਾਂ ਵੀ ਖਬਰਾਂ ਦੇ ਵਿੱਚ ਆਇਆ ਕਿ ਇੱਕ ਦਲਿਤ ਵਿਦਿਆਰਥੀ ਜਿਸ ਨੇ ਖੁਦਕਸ਼ੀ ਕਰ ਲਈ ਆ, ਉਸ ਦਾ ਮਾਮਲਾ ਵਾਹਵਾ ਭਖਿਆ ਹੋਇਆ। ਦੇਖੋ, ਬੜਾ ਹਿਰਦੇ ਵੇਦਕ ਤੇ ਬਹੁਤ ਹੀ ਦੁਖਦਾਇਕ ਇਹ ਮਾਮਲਾ ਹੈ। ਹੈਦਰਾਬਾਦ ਯੂਨੀਵਰਸਿਟੀ ਦੇ ਵਿੱਚ ਦਲਿਤ ਰਿਸਰਚ ਸਕਾਲਰ ਰੋਹਿਤ ਬੇਮੁਲਾ, ਉਹਦੀ ਖੁਦਕੁਸ਼ੀ ਦਾ ਮਾਮਲਾ ਸਾਡੇ ਸਾਹਮਣੇ ਹੈ। ਇਹਦੇ 'ਚ ਦੋ ਮੰਤਰੀ ਜਿਹੜੇ ਆ ਉਹਨਾਂ ਦੇ ਨਾਮ ਬੋਲ ਰਹੇ ਆ ਕਿ ਉਹਨਾਂ ਨੇ ਉੱਥੇ ਦੇ VC ਦੇ ਨਾਲ ਕਿਸੇ ਨਾ ਕਿਸੇ ਕਿਸਮ ਦੀ ਇੱਕ ਮਿਲੀ ਭੁਗਤ ਕਰਕੇ ਉਸ ਵਿਦਿਆਰਥੀ ਨੂੰ ਲਗਭਗ ਇੱਦਾਂ ਦੇ ਹਾਲਾਤ ਪੈਦਾ ਕਰ ਦਿੱਤੇ ਕਿ ਉਹ ਖੁਦਕੁਸ਼ੀ ਤੋਂ ਬਿਨਾਂ ਕੁਝ ਨਹੀਂ ਸੀ ਕਰ ਸਕਦਾ। ਉਹਦੀ ਸਕਾਲਰਸ਼ਿਪ ਬੰਦ ਕਰ ਦਿੱਤੀ। 7 ਮਹੀਨੇ ਤੋਂ ਉਹਨੂੰ ਫੈਲੋਸ਼ਿਪ ਨਹੀਂ ਸੀ ਦਿੱਤੀ ਗਈ। ਬਹੁਤ ਗਰੀਬ ਪਰਿਵਾਰ 'ਚੋਂ ਸੀ। ਫਿਰ ਉਹ ਜਾਤੀ ਆਧਾਰਿਤ ਜਿਹੜੀ ਉੱਥੇ ਭੇਦਭਾਵ ਹੋ ਰਿਹਾ ਸੀ ਉਹਦੇ ਵਿਰੋਧ ਦਾ ਇੱਕ ਚਿਹਰਾ ਬਣ ਗਿਆ ਸੀ ਉਹ ਵਿਦਿਆਰਥੀ। ਉਹਨੂੰ ਹੋਸਟਲ 'ਚੋਂ ਕੱਢ ਦਿੱਤਾ ਗਿਆ। ਇੱਕ ਜਿਹੜਾ ਮੰਤਰੀ ਹੈਗਾ ਕੇਂਦਰ ਸਰਕਾਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਵੰਡਾਰੂ ਦੱਤਾਤਰੇਆ, ਉਹਨੇ ਉੱਥੇ ਦੇ VC ਨਾਲ ਮਿਲ ਕੇ ਸਿਮਰਤੀ ਇਰਾਨੀ ਨੂੰ ਜਿਹੜੀ ਕੇਂਦਰੀ ਮੰਤਰੀ ਉਹਨੂੰ ਇੱਕ ਚਿੱਠੀ ਲਿਖੀ। ਉਹ ਚਿੱਠੀਆਂ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੀ ਗੱਲਾਂ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਸੋ ਸਾਰੇ ਕੁਝ ਨੇ ਸਿਚੁਏਸ਼ਨ ਇੱਦਾਂ ਦੀ ਬਣਾ ਦਿੱਤੀ ਕਿ ਉਹ ਨੌਜਵਾਨ ਜਿਹੜਾ ਆ 26 ਸਾਲਾਂ ਨੌਜਵਾਨ ਨੂੰ ਉਹਨੇ ਸੁਸਾਈਡ ਕਰ ਲਿਆ। ਤੇ ਰਾਹੁਲ ਗਾਂਧੀ ਕੱਲ ਗਏ ਸੀ ਉੱਥੇ, ਉਹਦੀ ਮਾਂ ਨੂੰ ਮਿਲ ਕੇ ਆਏ ਤੇ ਉਹਨਾਂ ਨੇ ਕਿਹਾ ਇਹ ਸੁਸਾਈਡ ਨਹੀਂ ਹੈ, ਅਸਲ ਦੇ ਵਿੱਚ ਇਹ ਮਰਡਰ ਹੈ। ਜਿਹੜੀ ਮਰਡਰ ਦੇ ਹਾਲਾਤ ਪੈਦਾ ਕਰ ਦਿੱਤੇ ਗਏ। ਹੁਣ ਕੇਜਰੀਵਾਲ ਸਣੇ ਆਪੋਜੀਸ਼ਨ ਪਾਰਟੀਆਂ ਨੇ ਇਸ ਮੁੱਦੇ ਦੇ ਉੱਤੇ ਬਕਾਇਦਾ ਕੇਂਦਰ ਸਰਕਾਰ ਦੇ ਉੱਤੇ ਹਮਲਾ ਬੋਲਿਆ। ਕੇਜਰੀਵਾਲ ਨੇ ਵੀ ਇਹ ਗੱਲ ਕਹੀ ਹੈ ਕਿ ਇਹ ਡੈਮੋਕ੍ਰੇਸੀ ਤੇ ਇੱਕ ਸਮਾਨਤਾ ਦਾ ਕਤਲ ਹੈ। ਪ੍ਰਧਾਨ ਮੰਤਰੀ ਨੂੰ ਆਪਣੇ ਮੰਤਰੀਆਂ ਨੂੰ ਸਸਪੈਂਡ ਕਰਨਾ ਚਾਹੀਦਾ ਹੈ ਤੇ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਹੈ। ਮਾਇਆਵਤੀ ਨੇ ਵੀ ਕਿਹਾ ਵੀ UPA ਤੇ NDA ਦੋਵਾਂ ਨੇ ਜਿਹੜੇ ਦਲਿਤ ਲੋਕ ਹੈ ਉਹਨਾਂ ਨੇ ਕੁਛ ਕੀਤਾ ਨਹੀਂ, ਉਹਨਾਂ ਨੂੰ ਸਗੋਂ ਖੁਦਕੁਸ਼ੀ ਵਾਲੇ ਮਜਬੂਰ ਕੀਤਾ ਹੈ।
ਰਾਹੁਲ ਗਾਂਧੀ ਗਏ ਆਪਣੇ ਤੌਰ ਦੇ ਉੱਤੇ, ਉਹਨਾਂ ਨੇ ਗੱਲ ਕੀਤੀ ਹੈ। ਇਹ ਸਾਰੀ ਸਿਚੁਏਸ਼ਨ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਭਾਰਤ ਦੇ ਵਿੱਚ ਇੱਕ ਇੰਟੋਲਰੈਂਸ ਦਾ ਜਿਹੜਾ ਮਾਹੌਲ ਹੈ ਉਹ ਪੈਦਾ ਕਰ ਦਿੱਤਾ ਗਿਆ। ਕਦੇ ਉਹ ਧਰਮ ਦੇ ਨਾਂ ਤੇ ਹੁੰਦਾ, ਕਦੇ ਜ਼ਾਤ ਦੇ ਨਾਂ ਤੇ ਹੁੰਦਾ। ਉੱਥੇ ਇਸ ਤਰ੍ਹਾਂ ਦਾ ਮਾਹੌਲ ਬਣਾ ਦਿੱਤਾ ਗਿਆ। ਦੇਸ਼ ਦੇ ਉੱਤੇ ਜਿਹੜਾ ਇੱਕ ਹਿੰਦੂ ਰਾਸ਼ਟਰ ਦੀ ਇੱਕ ਧਾਰਨਾ ਹੈ ਉਹਨੂੰ ਥੋਪਣ ਦੇ ਯਤਨ ਜਿਹੜੇ ਆ ਇਹ ਸਾਰੀਆਂ ਘਟਨਾਵਾਂ 'ਚ ਦਿਖਾਈ ਦੇ ਰਹੇ ਹਨ। ਇਸੇ ਕਰਕੇ ਅਸ਼ੋਕ ਵਾਜਪਾਈ ਜਿਹੜੇ ਭਾਰਤ ਦੇ ਬੜੇ ਪ੍ਰਸਿੱਧ ਲੇਖਕ ਹੈ, ਉਹਨਾਂ ਨੇ ਜਦੋਂ ਪਹਿਲੇ ਮਾਮਲੇ ਆਏ ਸੀ ਇੰਟੋਲਰੈਂਸ ਦੇ, ਉਦੋਂ ਆਪਣਾ ਭਾਰਤੀ ਸਾਹਿਤ ਅਕੈਡਮੀ ਦਾ ਪੁਰਸਕਾਰ ਵਾਪਸ ਕਰ ਦਿੱਤਾ ਸੀ। ਹੁਣ ਉਹਨਾਂ ਨੇ ਡੀ.ਲਿਟ ਦਾ ਜਿਹੜੀ ਡਿਗਰੀ ਉਹਨਾਂ ਨੂੰ ਮਿਲੀ ਸੀ ਹੈਦਰਾਬਾਦ ਯੂਨੀਵਰਸਿਟੀ ਤੋਂ ਹੀ, ਉਹ ਵਾਪਸ ਕਰਨ ਦੀ ਗੱਲ ਕੀਤੀ ਹੈ। ਇਹ ਸਾਰੀਆਂ ਸਥਿਤੀਆਂ ਦੇ ਵਿੱਚ ਮੈਂ ਸਮਝਦਾ ਹੈ ਕਿ ਭਾਰਤ ਕਿਉਂਕਿ ਬਹੁਤ ਭਾਸ਼ਾਵਾਂ ਵਾਲਾ ਮੁਲਕ ਹੈ, ਬਹੁਤ ਸੱਭਿਆਚਾਰਕ ਮੁਲਕ ਹੈ, ਮਲਟੀਕਲਚਰਡ ਮੁਲਕ ਹੈ। ਵੰਨ-ਸੁਵੰਨਤਾ ਸਾਡੀ ਜਿਹੜੀ ਪਛਾਣ ਹੈ ਭਾਰਤ ਦੀ, ਤੇ ਇਸ ਵੰਨ-ਸੁਵੰਨਤਾ ਦੀ ਪਛਾਣ ਨੂੰ ਡਿਸਟਰਬ ਕਰਨ ਦੀ ਜਿਹੜੀ ਕੋਸ਼ਿਸ਼ ਹੈ ਹਿੰਦੂ ਰਾਸ਼ਟਰ ਬਣਾਉਣ ਦਾ ਯਤਨ ਕਰਨ ਵਾਲੀਆਂ ਤਾਕਤਾਂ ਦੀ, ਉਹਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਤੇ ਨਾ ਹੀ ਭਾਰਤ ਦਾ ਜਿਹੜਾ ਬਹੁਤ ਸੱਭਿਆਚਾਰਕ ਮਾਹੌਲ ਹੈ ਇਸ ਗੱਲ ਨੂੰ ਪਹੁੰਚਾ ਸਕਦਾ ਹੈ। ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਇੱਕ ਖਤਰਾ ਜ਼ਰੂਰ ਪੇਸ਼ ਕਰ ਰਹੀਆਂ। ਉਸ ਖਤਰੇ ਦੇ ਖਿਲਾਫ ਇੱਕ ਵਿਰੋਧ ਦੀ ਸੁਰ ਜਿਹੜੀ ਉਹ ਤਿੱਖੀ ਵੀ ਹੋ ਰਹੀ ਹੈ। ਚੰਡੀਗੜ੍ਹ ਤੋਂ ਲੈ ਕੇ ਪਟਿਆਲੇ ਤੋਂ ਲੈ ਕੇ ਦਿੱਲੀ ਤੱਕ ਜਿਸ ਨੌਜਵਾਨ ਨੇ ਖੁਦਕੁਸ਼ੀ ਕੀਤੀ ਉਹਦੇ ਹੱਕ ਦੇ ਵਿੱਚ ਇੱਕ ਲਹਿਰ ਚੱਲ ਰਹੀ ਹੈ ਵਿਦਿਆਰਥੀਆਂ ਵੱਲੋਂ, ਤੇ ਬਹੁਤ ਸਾਰੇ ਲੋਕ ਇਹਦੀ ਆਵਾਜ਼ ਉਠਾ ਰਹੇ ਆ। ਸਰਕਾਰ ਨੂੰ ਇਹਦੇ ਉੱਤੇ ਕਿਤੇ ਨਾ ਕਿਤੇ ਕੋਈ ਸਟੈਪ ਚੱਕਣਾ ਪਏਗਾ। ਪਰ ਬਦਕਿਸਮਤੀ ਦੀ ਗੱਲ ਇਹ ਹੈ ਕਿ ਸਰਕਾਰ ਆਪਣੇ ਮੰਤਰੀਆਂ ਨੂੰ ਕਲੀਨ ਚਿੱਟ ਦੇ ਰਹੀ ਹੈ। ਸਰਕਾਰ ਸਾਰਾ ਕੁਝ ਦੇ ਬਾਵਜੂਦ ਵੀ ਇੱਕ ਤਾਨਾਸ਼ਾਹੀ ਦੀ ਜਿਹੜੀ ਉਹਦੀ ਇੱਕ ਪ੍ਰਵਿਰਤੀ ਹੈ ਉਹਦਾ ਦਿਖਾਵਾ ਲਗਾਤਾਰ ਕਰ ਰਹੀ ਹੈ, ਜਿਹੜਾ ਘੱਟੋ ਘੱਟ ਭਾਰਤ ਦੇ ਜਿਹੜੇ ਜਨ ਸਧਾਰਨ ਜਿਹੜੇ ਲੋਕ ਆ ਵੱਖ-ਵੱਖ ਜ਼ਾਤਾਂ ਦੇ ਵਿੱਚ ਵੱਖ-ਵੱਖ ਫਿਰਕਿਆਂ 'ਚ ਵੰਡੇ ਹੋਏ ਆ ਭਾਵੇਂ, ਪਰ ਉਹਨਾਂ ਦੀ ਇੱਕ ਸਮਾਨਤਾ ਹੈ ਵੀ ਉਹ ਘੱਟੋ ਘੱਟ ਇਹ ਜਿਹੜੀ ਧਾਰਨਾ ਹੈ ਕਿ ਦੇਸ਼ ਨੂੰ ਇੱਕ ਭਾਸ਼ਾ ਇੱਕ ਪਹਿਰਾਵੇ ਦੇ ਵਿੱਚ ਬੰਨ੍ਹ ਦਿੱਤਾ ਜਾਏ, ਹਿੰਦੂ ਰਾਸ਼ਟਰ ਦੇ ਤਬਦੀਲ ਕਰ ਦਿੱਤਾ ਜਾਏ, ਇਹਦੇ ਖਿਲਾਫ ਉਹਨਾਂ ਦੀ ਸੁਰ ਇੱਕ ਦਿਖਾਈ ਦੇ ਰਹੀ ਹੈ, ਜਿਹੜੀ ਇੱਕ ਚੰਗੀ ਗੱਲ ਵੀ ਹੈ। ਜੀ ਬਹੁਤ ਬਹੁਤ ਧੰਨਵਾਦ ਸੁਸ਼ੀਲ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਖਬਰਾਂ ਦੇ ਵਿੱਚ ਕੀ ਹੁੰਦਾ ਉਸ ਦੇ ਬਾਰੇ ਬਿਆਨ ਕੀਤਾ। ਮਿਹਰਬਾਨੀ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਅਤੇ ਜੀ ਤੁਹਾਡੇ ਲਈ ਹਾਜ਼ਰ ਹੈ ਅੱਜ ਨਾਮਾ ਕਰਦੀ ਚੁੱਪ ਨਹੀਂ ਕਦੇ ਨਵਜੋਤ ਬੀਬੀ ਦਿੰਦੀ ਰੋਜ਼ ਬਿਆਨ ਕੋਈ ਦਾਗ ਮੀਆਂ, ਰਾਜ ਬਾਦਲਾਂ ਦਾ ਕਹਿੰਦੀ ਬਹੁਤ ਮਾੜਾ, ਗਾਈ ਜਾਪਦੀ ਪੱਕਾ ਇਹ ਰਾਗ ਮੀਆਂ, ਸਾਰੇ ਪਾਸੇ ਬਗਾੜ ਹੈ ਪਿਆ ਲੱਗਦਾ, ਲਾਂਬੇ ਰਿਹਾ ਨਾ ਕੋਈ ਵਿਭਾਗ ਮੀਆਂ, ਭਰਿਆ ਦੋਸ਼ੀਆਂ ਦਾ ਫੇਰ ਤੋਂ ਭੇਜ ਚਿੱਠਾ, ਬਾਪੂ ਬਾਦਲ ਨੂੰ ਆਖਦੀ ਜਾਗ ਮੀਆਂ, ਫਿਰਦਾ ਸਿੱਧੂ ਮੁੰਬਈ ਵਿੱਚ ਹੋਊ ਕਿਧਰੇ, ਬੀਬੀ ਛੱਡੇ ਨਾ ਬੈਟਿੰਗ ਦੀ ਕਸਰ ਮੀਆਂ, ਭਿੜਦੀ ਬੀਬੀ ਇਹ ਨਾਲ ਅਕਾਲੀਆਂ ਦੇ ਹੁੰਦਾ ਉਹਨਾਂ ਦੇ ਉੱਤੇ ਨਾ ਅਸਰ ਮੀਆਂ। ਤੀਸਰੋ ਤੇ ਸਿਆਸਤਨਾਮਾ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।